ਜੇ ਕੱਲਾ ਹੀ ਬੀਐਸਪੀ ਆਪਣਾ ਦੇਖੇ ਵੀ ਮੇਨ ਮਜ਼ਬੂਤ ਜਿੰਨੀਆਂ ਸੀਟਾਂ ਕੇਡਰ ਵਾਲੀਆਂ ਬੀਐਸਪੀ ਲੈ ਕੇ ਜਾਂਦੀ ਆ ਤਾਂ ਫਿਰ ਜਿਹੜਾ ਅਕਾਲੀ ਦਲ ਨੂੰ ਕੀ ਟਰਾਂਸਫਰ ਹੋਣਾ ਸੀ। ਚਰਚਾ ਚੱਲਦੀ ਹੈ ਕਿ ਬਹੁਤੀਆਂ ਸੀਟਾਂ ਜਿਹੜੀਆਂ ਬਹੁਜਨ ਸਮਾਜ ਪਾਰਟੀ ਨੇ ਲਈਆਂ ਅਕਾਲੀ ਦਲ ਤੋਂ, ਬਹੁਤੀਆਂ ਸੀਟਾਂ ਦੇ ਉੱਤੇ ਬਹੁਜਨ ਸਮਾਜ ਪਾਰਟੀ ਦੀ ਸਥਿਤੀ ਕੋਈ ਬਹੁਤੀ ਸੁਖਾਵੀ ਨਹੀਂ ਹੈ। ਸਾਨੂੰ ਜਿੱਤ ਚਾਹੀਦੀ, ਚਾਹੇ ਤੁਸੀਂ ਕਿਸੇ ਨਾਲ ਗੱਠਜੋੜ ਕਰੋ। ਕਾਰਨ ਕੀ ਹੈ ਕਿ ਤੁਸੀਂ ਵਰਕਰ ਦੀ ਭਾਵਨਾ ਕਰਕੇ ਅਕਾਲੀ ਦਲ ਨਾਲ ਗੱਠਜੋੜ ਕਰਦੇ ਹੋ ਤੇ ਵਰਕਰ ਤੇ ਬਹੁਤ ਸਾਰੇ ਆਗੂ ਇਸ ਗੱਠਜੋੜ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਉਂਦੇ ਆ। ਮਿਸ਼ਨ ਛੱਡ ਦਿੱਤਾ, ਹੁਣ ਪੋਲਿਟਿਕਸ ਕਰਨੀ ਸ਼ੁਰੂ ਕਰ ਦਿੱਤੀ ਜਾਂ ਮਿਸ਼ਨ ਦੀ ਪੋਲਿਟਿਕਸ ਚੱਲ ਰਹੀ ਹੈ? ਨਿਊਜ਼ ਆਉਂਦੀਆਂ ਉਹ ਇਸ ਤਰ੍ਹਾਂ ਲੱਗਦਾ ਵੀ ਸ਼ਾਇਦ ਸਭ ਕੁਝ ਅਕਾਲੀ ਦਲ ਦੇ ਨਜ਼ਰੀਏ ਨਾਲ ਹੋ ਰਿਹਾ। ਮੰਨ ਲਓ ਇਦਾਂ ਨਹੀਂ ਦੇਖਿਆ ਵੀ ਹੋ ਸਕਦਾ ਬਸਪਾ ਦੇ ਨਜ਼ਰੀਏ ਨਾਲ ਵੀ ਹੋ ਰਿਹਾ ਹੋਵੇ। ਫੋਕਸ ਕੱਲਾ ਬਹੁਜਨ ਤੇ ਰਹੇਗਾ ਜਾਂ ਫੋਕਸ ਜਨਰਲ ਤੌਰ ਤੇ ਸਾਰਿਆਂ ਦੇ ਉੱਤੇ ਰਹੇਗਾ? ਨਸ਼ਾ ਤਕਰੀਬਨ ਹਰ ਪਿੰਡ ਦੇ ਵਿੱਚ ਫੈਲਿਆ ਆ, ਲਾ ਐਂਡ ਆਰਡਰ ਦੀ ਪ੍ਰੋਬਲਮ ਆ, ਐਡਮਿਨਿਸਟ੍ਰੇਸ਼ਨ ਲੋਕਾਂ ਦੀ ਪਹੁੰਚ ਵਿੱਚ ਹੈ ਨਹੀਂ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਗੱਲ ਕੀਤੀ ਸੀ ਕਿ ਬਹੁਜਨ ਸਮਾਜ ਪਾਰਟੀ ਦੀ ਕੀ ਲੋੜ ਆ, ਬਹੁਜਨ ਦੀ ਨੁਮਾਇੰਦਗੀ ਕਰਨ ਵਾਲਾ ਤਾਂ ਮੈਂ ਬੈਠਾ ਆ। ਫਿਰ ਉਸ ਬਿਆਨ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਜੇ ਕੈਪਟਨ ਪਾਰਟੀ ਬਣਾ ਰਹੇ ਆ ਤੇ ਪਲੱਸ ਉਹ ਬੀਜੇਪੀ ਨਾਲ ਅਲਾਈਅੰਸ ਕਰਦੇ ਆ ਤਾਂ ਇੱਕ ਅਲਟਰਨੇਟਿਵ ਸਟਰੋਂਗ ਦੀ ਉਹ ਆਪਸ਼ਨ ਦਿੰਦੇ ਆ ਲੋਕਾਂ ਨੂੰ, ਤੇ ਉਹਦੇ ਨਾਲ ਜਿਹੜੇ ਕਾਂਗਰਸ ਦੀ ਵੋਟ ਟੁੱਟਣੀ। ਚਰਚਾ ਚੱਲੀ ਸੀ ਕਿਤੇ ਬਲਵਿੰਦਰ ਕੁਮਾਰ ਹੋਰਾਂ ਨੇ ਪਾਰਟੀ ਨੂੰ ਥੋੜੀ ਜਿਹੀ ਹੁੱਜ ਮਾਰੀ ਸੀਗੀ ਬਸਪਾ ਨੂੰ ਕਿ ਭਾਈ ਕਰਤਾਰਪੁਰ ਵਾਲੀ ਸੀਟ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੇ ਵਾਲੇ ਪਾਸੇ ਲਿਆਓ, ਵਰਨਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਐਨ ਬਰੂਹਾਂ ਤੇ ਆਣ ਖੜੋਈਆਂ ਨੇ ਔਰ ਇਹਨਾਂ ਚੋਣਾਂ ਨੂੰ ਲੈ ਕੇ ਹਰ ਸਿਆਸੀ ਧਿਰ ਨੇ ਕਮਰ ਕੱਸੇ ਕਰ ਲਏ ਨੇ। ਔਰ ਇੱਥੇ ਜਦੋਂ ਗੱਲ ਸਿਆਸੀ ਧਿਰਾਂ ਦੀ ਕਰਦੇ ਹਾਂ ਤੇ ਬਹੁਤ ਲੰਬੇ ਸਮੇਂ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦੇ ਵੱਲੋਂ ਗੱਠਜੋੜ ਕੀਤਾ ਗਿਆ। ਹਾਲਾਂਕਿ 96 ਦੇ ਵਿੱਚ ਵੀ ਇੱਕ ਵਾਰ ਗੱਠਜੋੜ ਹੋਇਆ ਸੀ ਪਰ ਬਹੁਤ ਛੇਤੀ ਟੁੱਟ ਗਿਆ ਸੀ। ਇੱਕ ਵਾਰ ਫੇਰ ਇਹ ਧਿਰਾਂ ਇੱਕ ਦੂਜੇ ਦੇ ਨੇੜੇ ਆਈਆਂ ਨੇ ਔਰ ਨੇੜੇ ਆਉਣ ਤੋਂ ਬਾਅਦ ਇਸ ਸਿਆਸੀ ਪਿੜ ਦੇ ਵਿੱਚ ਸੁਖਬੀਰ ਬਾਦਲ ਤੇ ਬਹੁਜਨ ਸਮਾਜ ਪਾਰਟੀ ਨੇ ਪਹਿਲ ਕਦਮੀ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਆਪਣੇ ਉਮੀਦਵਾਰ ਐਲਾਨਣੇ ਵੀ ਸ਼ੁਰੂ ਕਰ ਦਿੱਤੇ। ਅਜੇ ਬਾਕੀ ਪਾਰਟੀਆਂ ਨੇ ਇਹ ਤੈਅ ਕਰਨਾ ਆ ਕਿ ਕਿਹਨੂੰ ਕਿੱਥੋਂ ਉਤਾਰਨਾ ਆ। ਲਗਭਗ 90% ਉਮੀਦਵਾਰ ਇਸ ਗੱਠਜੋੜ ਦੇ ਵੱਲੋਂ ਮੈਦਾਨ 'ਚ ਉਤਾਰੇ ਜਾ ਚੁੱਕੇ ਆ। ਹੁਣ ਪਹਿਲ ਕਰਨ ਦੀ ਕਿਉਂ ਕਵਾਇਦ ਕਰਨੀ ਪਈ, ਇਸ ਪਹਿਲ ਦਾ ਨਫਾ ਕਿੰਨਾ ਹੋਏਗਾ ਜਾਂ ਫਿਰ ਇਹ ਗੱਠਜੋੜ ਕਿੱਥੇ ਜਾ ਕੇ ਖੜੇਗਾ 2022 ਦੀਆਂ ਚੋਣਾਂ ਦੇ ਵਿੱਚ, ਉਹ तमाम ਗੱਲਾਂ ਦੇ ਉੱਤੇ ਆਪਾਂ ਚਰਚਾ ਕਰਨੀ। ਔਰ ਚਰਚਾ ਕਰਨ ਲਈ ਸਾਡੇ ਨਾਲ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਬਲਵਿੰਦਰ ਕੁਮਾਰ ਹੋਰੀ ਇਸ ਵੇਲੇ ਮੌਜੂਦ ਨੇ। ਬਲਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਟੀਵੀ ਪੰਜਾਬ ਤੇ ਜੀ ਆਇਆਂ ਨੂੰ। ਧੰਨਵਾਦ ਜੀ, ਧੰਨਵਾਦ ਤੁਹਾਡੀ ਸਾਰੀ ਟੀਮ ਦਾ ਜੀ। ਬਲਵਿੰਦਰ ਜੀ, 2019 ਦੇ ਵਿੱਚ ਜਲੰਧਰ ਲੋਕ ਸਭਾ ਹਲਕਾ ਚੋਣ ਲੜੀ ਜਾਂਦੀ ਹੈ ਔਰ ਉਸ ਚੋਣ ਦੇ ਵਿੱਚ ਬਲਵਿੰਦਰ ਕੁਮਾਰ ਜਿਸ ਤਰੀਕੇ ਨਾਲ ਵੋਟ ਫੀਸਦ ਹਾਸਲ ਕਰਦਾ, ਜਿੰਨੀਆਂ ਵੋਟਾਂ ਉਹਨੂੰ ਮਿਲਦੀਆਂ, ਔਰ ਦੋਨੋਂ ਹੀ ਰਵਾਇਤੀ ਪਾਰਟੀਆਂ ਜਿਹੜੀਆਂ ਇਹ ਮੰਨਦੀਆਂ ਸੀ ਕਿ ਬਹੁਜਨ ਸਮਾਜ ਪਾਰਟੀ ਤਾਂ ਰੇਸ 'ਚ ਵੀ ਹੈ ਨਹੀਂ ਗੀ, ਕਿਤੇ ਨਜ਼ਰ ਹੀ ਨਹੀਂ ਆਉਂਦੀ, ਦੋਨਾਂ ਨੂੰ ਆਪਣੀ ਸਥਿਤੀ ਬਣਾਏ ਰੱਖਣ ਲਈ ਫਸਟ ਸੈਕਿੰਡ ਵਾਲੀ ਵੀ ਦੋਨਾਂ ਨੂੰ ਸਥਿਤੀ ਬਣਾਏ ਰੱਖਣ ਲਈ ਬੜੀਆਂ ਦਿੱਕਤਾਂ, ਬੜੀਆਂ ਕਹਿ ਸਕਦੇ ਕਿ ਘਾਲਣੀ ਪਈ ਸੀ। ਬਾਵਜੂਦ ਇਹਦੇ ਬਲਵਿੰਦਰ ਹੋਰੀ ਇੰਨਾ ਕੁ ਵੋਟ ਫੀਸਦ ਲੈ ਕੇ ਨਿਕਲ ਕੇ ਆਉਂਦੇ ਕਿ ਉਹਦੇ ਤੋਂ ਬਾਅਦ ਚਿੰਤਾ ਸਤਾਉਣੀ ਸ਼ੁਰੂ ਹੋ ਜਾਂਦੀ ਹੈ ਨਾ ਪਾਰਟੀ ਨੂੰ ਕਿ ਭੜਕ ਨੂੰ ਜੇ 19 ਦੀਆਂ ਚੋਣਾਂ ਤੋਂ ਬਾਅਦ 24 ਦੀਆਂ ਚੋਣਾਂ ਆਈਆਂ ਤੇ ਕੀ ਹੋਏਗਾ। ਉਹਦੇ ਤੋਂ ਬਾਅਦ ਹੁਣ ਆ 22 ਆਣ ਕੇ ਬਰੂਹਾਂ ਤੇ ਖੜੋ ਗਿਆ, ਉਮੀਦਵਾਰ ਤੁਹਾਨੂੰ ਐਲਾਨ ਦਿੱਤਾ ਗਿਆ ਕਰਤਾਰਪੁਰ ਤੋਂ। ਪਹਿਲੀ ਗੱਲ ਤਾਂ ਇਹ ਸਪਸ਼ਟ ਕਰ ਦਿਓ ਕਿ ਕਰਤਾਰਪੁਰ ਦੇ ਵਿੱਚੋਂ ਕਿੱਦਾਂ ਦੀਆਂ ਸੰਭਾਵਨਾਵਾਂ ਤੁਹਾਨੂੰ ਨਜ਼ਰ ਆਉਂਦੀਆਂ ਜਦੋਂ ਤੁਸੀਂ ਪਿਛਲਾ ਵੋਟ ਬੈਂਕ ਦੇਖਦੇ ਹੋ 2019 ਦਾ, ਕਿੰਨੀਆਂ ਵੋਟਾਂ ਤੁਹਾਨੂੰ ਮਿਲੀਆਂ ਸੀ, ਕਿੰਨੀਆਂ ਅਕਾਲੀ ਦਲ ਨੂੰ ਮਿਲੀਆਂ ਸੀ, ਉਹਦਾ ਲੇਖਾ ਜੋਖਾ ਆਪਾਂ ਪਹਿਲਾਂ ਵੀ ਕਰਦੇ ਪਏ ਸੀ ਇਸ ਗੱਲਬਾਤ ਤੋਂ, ਤੇ ਲਗਭਗ ਜਿੱਤ ਤੁਸੀਂ ਸੁਨਿਸ਼ਚਿਤ ਕਰ ਰਹੇ ਹੋ ਆਪਣੀ। ਹਾਂਜੀ, ਕਿਉਂਕਿ ਜਦੋਂ ਆਪਾਂ ਲੋਕ ਸਭਾ ਦੇ ਵਿੱਚ ਵੀ ਕੈਂਡੀਡੇਟ ਮੈਂ ਆਪ ਹੀ ਸੀਗਾ। ਕਈ ਵਾਰ ਇਦਾਂ ਹੁੰਦਾ ਰਿਜ਼ਲਟ ਦਾ ਫਰਕ ਪੈ ਜਾਂਦਾ ਵੀ ਜਦੋਂ ਲੋਕ ਸਭਾ ਦਾ ਸੇਮ ਪਾਰਟੀ ਦਾ ਰਿਜ਼ਲਟ ਹੋਰ ਹੁੰਦਾ ਆ ਔਰ ਜਦੋਂ ਵਿਧਾਨ ਸਭਾ ਇਲੈਕਸ਼ਨ ਲੜੀ ਜਾਂਦੀ ਉਦੋਂ ਰਿਜ਼ਲਟ ਹੋਰ ਜਾਂਦਾ।
ਉਹ ਇਸ ਕਰਕੇ ਆਉਂਦਾ ਕਿਉਂਕਿ ਕੈਂਡੀਡੇਟ ਬਦਲ ਜਾਂਦੇ ਆ। ਲੋਕ ਸਭਾ ਇਲੈਕਸ਼ਨ ਲੜਨ ਵਾਲਾ ਕੈਂਡੀਡੇਟ ਹੋਰ ਹੁੰਦਾ ਔਰ ਵਿਧਾਨ ਸਭਾ ਦਾ ਹੋਰ ਹੁੰਦਾ। ਲੋਕਾਂ ਦੀ ਪਸੰਦ ਨਾ ਪਸੰਦ ਕਈ ਇਸ਼ੂ ਖੜੇ ਹੋ ਜਾਂਦੇ ਆ। ਪਰ ਮੈਂ ਆਪਣੇ ਬਾਰੇ ਕਰੂੰਗਾ ਵੀ ਸਾਡੇ ਕੋਲ ਇੱਕ ਐਡਵਾਂਟੇਜ ਹੈਗਾ ਕਿਉਂਕਿ ਲੋਕ ਸਭਾ ਇਲੈਕਸ਼ਨ ਵੀ ਮੈਂ ਲੜੀ ਔਰ ਜਿਹੜਾ ਕਰਤਾਰਪੁਰ ਆ ਔਰ ਉਹਦੇ ਤੇ ਮੈਂ ਲਗਾਤਾਰ 5 ਸਾਲ ਕੰਮ ਵੀ ਕਰ ਰਿਹਾ ਆ। ਤੇ ਇਸ ਕਰਕੇ ਹੁਣ ਵਿਧਾਨ ਸਭਾ ਦੇ ਵਿੱਚ ਹੀ ਸੇਮ ਉਸੇ ਹੀ ਹਲਕੇ 'ਚੋਂ ਮੈਂ ਫਿਰ ਮੈਨੂੰ ਪਾਰਟੀ ਨੇ ਗਠਬੰਧਨ ਵੱਲੋਂ ਉਮੀਦਵਾਰ ਬਣਾਇਆ ਆ। ਔਰ ਜਦੋਂ ਲੋਕ ਸਭਾ ਇਲੈਕਸ਼ਨ ਹੋਈ ਸੀਗੀ ਉਹਦੇ ਵਿੱਚ ਮਤਲਬ BSP ਨੂੰ 31,000 ਵੋਟ ਪਈ ਸੀਗੀ ਔਰ ਅਕਾਲੀ ਦਲ ਨੂੰ 36,000 ਔਰ ਕਾਂਗਰਸ ਨੂੰ 38,000 ਤੇ ਆਮ ਆਦਮੀ ਪਾਰਟੀ ਨੂੰ 1900 ਵੋਟ ਪਈ ਸੀ। ਤਾਂ ਜੇ ਅਸੀਂ ਉਹ ਕੰਬਾਈਨ ਕਰਦੇ ਹਾਂ ਤੇ ਕਿਉਂਕਿ ਸਾਡੀ ਥੱਲੇ ਦੋਨਾਂ ਦੀ ਔਰ ਅਕਾਲੀ ਦਲ ਔਰ BSP ਦੋਨਾਂ ਦਾ ਕੇਡਰ ਬਹੁਤ ਮਜ਼ਬੂਤ ਆ ਇਸ ਸੀਟ ਤੇ ਸਾਨੂੰ ਲੱਗਦਾ ਵੀ ਅਸੀਂ ਜਿਹੜੀ 2/3 ਵੋਟ ਆ ਉਹ ਕਵਰ ਕਰਦੇ ਹਾਂ। ਤੇ ਉਹੀ ਸਾਡੀ ਕੋਸ਼ਿਸ਼ ਆ ਵੀ ਅਸੀਂ ਜੇ ਆਪਣਾ ਕੇਡਰ ਹੀ ਕਵਰ ਕਰਦੇ ਹਾਂ ਤੇ ਸਾਡੀ 2/3 ਵੋਟ ਬਣਦੀ ਆ ਔਰ ਅਸੀਂ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਜਿੱਤ ਹਾਸਲ ਕਰਦੇ ਹਾਂ ਹਲਕੇ 'ਚੋਂ। ਕਰਤਾਰਪੁਰ ਦੇ ਵਿੱਚ ਤਾਂ ਜਿਹੜਾ ਤੁਸੀਂ ਲੇਖਾ ਜੋਖਾ ਲਾਇਆ ਉਹ ਲੇਖਾ ਜੋਖਾ ਤੁਹਾਨੂੰ ਮਾਫਕ ਬੈਠ ਰਿਹਾ। ਬਲਵਿੰਦਰ ਕੁਮਾਰ ਹੋਰਾਂ ਨੂੰ ਲੱਗਦਾ ਕਿ ਜੇ 60,000 ਤੋਂ ਉੱਪਰ ਦੀ ਵੋਟ ਗੱਠਜੋੜ ਦੀ ਬਣਦੀ ਆ ਤੇ ਉਹਦੇ ਵਿੱਚੋਂ 50 ਵੀ ਪੈ ਗਈ ਤੇ ਤਾਂ ਵੀ ਜਿਹੜੀ ਆ ਉਹ ਜਿੱਤ ਹੋ ਸਕਦੀ ਹੈ, ਸੰਭਾਵਨਾ ਪੱਕੀ ਨਜ਼ਰ ਆਉਂਦੀ ਆ। ਪਰ ਚਰਚਾ ਚੱਲਦੀ ਹੈ ਕਿ ਬਹੁਤੀਆਂ ਸੀਟਾਂ ਜਿਹੜੀਆਂ ਬਹੁਜਨ ਸਮਾਜ ਪਾਰਟੀ ਨੇ ਲਈਆਂ ਅਕਾਲੀ ਦਲ ਤੋਂ, ਬਹੁਤੀਆਂ ਸੀਟਾਂ ਦੇ ਉੱਤੇ ਬਹੁਜਨ ਸਮਾਜ ਪਾਰਟੀ ਦੀ ਸਥਿਤੀ ਕੋਈ ਬਹੁਤੀ ਸੁਖਾਵੀਂ ਨਹੀਂ ਹੈ। ਇੱਕ ਤਰੀਕੇ ਨਾਲ ਕਹਿ ਸਕਦੇ ਕਿ ਅਕਾਲੀ ਦਲ ਉਹਦੇ ਵਿੱਚ ਨਫਾ ਖੱਟ ਗਿਆ ਪਰ ਬਹੁਜਨ ਸਮਾਜ ਪਾਰਟੀ ਨੂੰ ਉਹਦੇ ਵਿੱਚੋਂ ਜ਼ਰਾ ਜਿੰਨਾ ਵੀ ਨਫਾ ਹੁੰਦਾ ਨਜ਼ਰ ਨਹੀਂ ਆ ਰਿਹਾ। ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਕੁਝ ਸੀਟਾਂ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਜੇ ਸਾਨੂੰ ਨਾ ਦਿੱਤੀਆਂ ਜਾਂਦੀਆਂ ਤੇ ਜ਼ਿਆਦਾ ਬਿਹਤਰ ਸੀ, ਜਿੱਥੇ ਸਾਡੇ ਆਧਾਰ ਪਹਿਲਾਂ ਹੀ ਮਜ਼ਬੂਤ ਸੀ, ਜੇ ਉਹ ਸੀਟਾਂ ਮਿਲ ਜਾਂਦੀਆਂ ਤੇ ਜ਼ਿਆਦਾ ਬਿਹਤਰ ਹੋਣਾ ਸੀਗਾ? ਦੇਖੋ ਜਿਹੜਾ ਗੱਠਜੋੜ ਆ, ਗੱਠਜੋੜ ਦੇ ਵਿੱਚ ਆਪਾਂ ਸਾਰੇ ਫੈਕਟਰ ਦੇਖਣੇ ਹੁੰਦੇ ਆ। ਜੇ ਇਕੱਲਾ ਹੀ BSP ਆਪਣਾ ਦੇਖੇ ਵੀ ਮੇਨ ਮਜ਼ਬੂਤ ਜਿੰਨੀਆਂ ਸੀਟਾਂ ਕੇਡਰ ਵਾਲੀਆਂ BSP ਲੈ ਕੇ ਜਾਂਦੀ ਆ ਤਾਂ ਫਿਰ ਜਿਹੜਾ ਅਕਾਲੀ ਦਲ ਨੂੰ ਕੀ ਟਰਾਂਸਫਰ ਹੋਣਾ ਸੀ। ਇਸ ਕਰਕੇ ਉਹ ਸਾਰਾ ਇੱਕ ਸਾਡੀ ਨੈਸ਼ਨਲ ਲੀਡਰਸ਼ਿਪ ਆ, ਭੈਣ ਕੁਮਾਰੀ ਮਾਇਆਵਤੀ ਜੀ, ਉਹਨਾਂ ਨੇ ਸਾਰੀਆਂ ਸੀਟਾਂ ਜਿਹੜੀਆਂ ਕੈਲਕੂਲੇਟ ਕੀਤੀਆਂ ਵੀ ਜਿਹੜੀਆਂ ਟੌਪ ਦੀਆਂ ਸਾਡੀਆਂ ਸੀਟਾਂ ਸੀਗੀਆਂ BSP ਦੀਆਂ ਉਹਦੇ ਵਿੱਚੋਂ 50% BSP ਨੇ ਰਿਟੇਨ ਕੀਤੀਆਂ ਤੇ 50% ਜਿਹੜਾ ਸ਼ੇਅਰ ਆ ਅਕਾਲੀ ਦਲ ਨੂੰ ਦਿੱਤਾ ਆ। ਔਰ ਜਿਹੜੀਆਂ BSP ਨੂੰ ਮਿਲੀਆਂ ਸੀਟਾਂ ਜਿਨ੍ਹਾਂ ਨੂੰ ਕਿ ਮੀਡੀਆ ਜਾਂ ਹੋਰ ਆਪੋਜੀਸ਼ਨ ਵੀ ਇੱਕ ਇਸ਼ੂ ਬਣਾਉਂਦੇ ਆ ਵੀ ਉਹ 'ਚ BSP ਕਮਜ਼ੋਰ ਆ, ਪਰ ਉਹਦੇ ਵਿੱਚ ਤੁਸੀਂ ਦੇਖੋ ਅਕਾਲੀ ਦਲ ਦੀ ਹੀ 50,000 ਵੋਟ ਆ। ਤਾਂ ਪਰ ਜੇ ਅਸੀਂ ਗਠਬੰਧਨ ਦਾ ਨਜ਼ਰੀਏ ਦੇਖੀਏ ਕਿਉਂਕਿ 117 ਤੇ ਹੁਣ ਗਠਬੰਧਨ ਲੜ ਰਿਹਾ ਆ ਤੇ ਗਠਬੰਧਨ ਦੇ ਨਜ਼ਰੀਏ ਨਾਲ ਹਰ ਸੀਟ ਤੇ 50-60,000 ਸਾਡੀ ਵੋਟ ਆ। ਇਸ ਕਰਕੇ ਓਵਰਆਲ ਅਸੀਂ ਗੱਠਜੋੜ ਨੂੰ ਪੋਜ਼ਿਟਿਵਲੀ ਹੀ ਦੇਖਦੇ ਹਾਂ। ਔਰ BSP ਦੇ ਹਿੱਸੇ ਜਿਹੜੀਆਂ ਸੀਟਾਂ ਆਈਆਂ ਤੁਸੀਂ ਕਰਤਾਰਪੁਰ ਦੇਖ ਸਕਦੇ ਆ, ਫਗਵਾੜਾ ਆ, ਨਵਾਂ ਸ਼ਹਿਰ ਆ, ਪਾਇਲ ਆ, ਸ਼ਾਮ 84 ਆ, ਇਹ ਸਾਡੀਆਂ ਬਹੁਤ ਵਧੀਆ ਸੀਟਾਂ ਆ। ਪਰ ਬਾਕੀ ਵੀ ਜਿਸ ਤਰ੍ਹਾਂ ਪਾਇਲ, ਬਸੀ ਪਠਾਣਾ ਆ, ਮਹਿਲ ਕਲਾਂ ਤੋਂ ਪਹਿਲਾਂ ਵੀ BSP ਦਾ MLA ਰਹਿ ਚੁੱਕਾ ਆ। ਔਰ ਇਹ ਪੂਰੇ ਥਰੂ ਆਊਟ ਪੰਜਾਬ ਲਈਆਂ, ਅਸੀਂ ਮਾਝਾ ਰੀਜਨ 'ਚ ਵੀ ਲਈਆਂ, ਦੁਆਬੇ ਵਿੱਚ ਵੀ ਲਈਆਂ ਔਰ ਮਾਲਵੇ ਵਿੱਚ ਵੀ ਲਈਆਂ। ਤੇ ਇਸ ਕਰਕੇ ਓਵਰਆਲ ਅਸੀਂ ਪੰਜਾਬ ਦੇ ਵਿੱਚ ਦੇਖੀ ਤਾਂ ਸਾਨੂੰ ਇਹ ਲੱਗਦਾ ਵੀ ਇੱਕ ਬੈਲੈਂਸ ਜਿਹੜਾ ਆ ਉਹ ਜਿਹੜਾ ਬੈਲੈਂਸ ਇੱਕ ਜਿਹੜਾ ਗਠਬੰਧਨ ਹੋਇਆ ਆ ਜਿਹਦੇ ਵਿੱਚ ਦੋਨੇ ਹੀ ਧਿਰਾਂ ਜਿਹੜੀਆਂ ਫਾਇਦੇ ਵਿੱਚ ਹੈਗੀਆਂ, ਦੋਨਾਂ ਨੂੰ ਇੱਕ ਦੂਜੇ ਦਾ ਸਾਥ ਮਿਲੇਗਾ ਔਰ ਦੋਨੇ ਹੀ ਵਧੀਆ ਜਿਹੜਾ ਮਾਰਜਨ ਨਾਲ ਜਿੱਤਣਗੀਆਂ ਆਪਣੀਆਂ ਸੀਟਾਂ। ਇੱਦਾਂ ਤਾਂ ਨਹੀਂ ਹੈ ਕਿ ਬਹੁਜਨ ਸਮਾਜ ਪਾਰਟੀ ਬਹੁਤ ਲੰਬੇ ਸਮੇਂ ਤੋਂ ਸੱਤਾ ਤੋਂ ਵੀ ਦੂਰ ਆ ਪੰਜਾਬ ਦੇ ਵਿੱਚ, ਤੇ ਸੱਤਾ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਆ, ਵਿਧਾਨ ਸਭਾ ਤੱਕ ਵੀ ਜਿਹੜੀ ਆ ਉਹ ਪਹੁੰਚ ਨਹੀਂ ਪਾਈ ਸੀਗੀ। ਹੌਲੀ ਹੌਲੀ ਕਰਕੇ ਵੋਟ ਬੈਂਕ ਵੀ ਖਿਸਕਦਾ ਜਾ ਰਿਹਾ ਸੀ। ਇਸ ਕਰਕੇ ਇਹ ਬਸਪਾ ਨੂੰ ਲੱਗਣ ਲੱਗ ਪਿਆ ਕਿ ਜੋ ਵਟਿਆ ਸੋ ਖੱਟਿਆ। ਇਸ ਕਰਕੇ ਜੇ 5-7 ਸੀਟਾਂ ਦੇ ਉੱਤੇ ਵੀ ਸਾਡੀ ਸਥਿਤੀ ਮਜ਼ਬੂਤ ਹੁੰਦੀ ਹੈ ਜਾਂ ਆ ਜਾਂਦੀਆਂ ਜਾਂ ਜਿੱਤ ਜਾਂਦੇ ਆ, ਬਾਕੀ 15 ਦੀ ਪਰਵਾਹ ਕਰਨ ਦੀ ਲੋੜ ਨਹੀਂ ਆ। ਫਿਰ ਦੇਖੋ ਇਹ ਇੱਕ ਇਸ਼ੂ ਹੈਗਾ ਬਈ ਜਿਹੜਾ ਵਰਕਰ ਆ ਸਾਡਾ ਲੰਬੇ ਸਮੇਂ ਤੋਂ, ਕਿਉਂਕਿ 1997 ਦੇ ਵਿੱਚ ਲਾਸਟ ਟਾਈਮ BSP ਦਾ MLA ਬਣਿਆ ਸੀ। ਚਾਹੇ ਸਾਡਾ MLA, ਹਾਲਾਂਕਿ ਜੇ ਦੂਜਾ ਪੱਖ ਵੀ ਦੇਖੀਏ ਵੀ ਚਾਹੇ MLA ਨਹੀਂ ਸੀ ਪਰ ਬਸਪਾ ਨੇ ਲਗਾਤਾਰ ਜਿਹੜੇ ਲੋਕ ਮੁੱਦਿਆਂ ਤੇ ਸੰਘਰਸ਼ ਕੀਤਾ ਬਿਨਾਂ ਸੱਤਾ ਤੋਂ ਔਰ ਬਿਨਾਂ ਕੋਈ MLA ਹੁੰਦਿਆਂ ਵੀ। ਪਰ ਇੱਕ ਜ਼ਰੂਰ ਇਹ ਆ ਵੀ ਜਦੋਂ ਅਸੀਂ ਲੋਕਾਂ ਦੀ ਨੁਮਾਇੰਦਗੀ ਕਰਦੇ ਹਾਂ, ਜਦੋਂ ਜਿਹੜੀ ਲੀਡਰ ਹੁੰਦਾ ਆ ਉਹਨੂੰ ਜਿਹੜੇ ਵਰਕਰ ਆ, ਕੇਡਰ ਆ, ਉਹਦੇ ਹਿੱਤ ਵੀ ਦੇਖਣੇ ਪੈਂਦੇ। ਔਰ ਕੇਡਰ ਦੀ ਇਸ ਤਰ੍ਹਾਂ ਇੱਕ ਤਰ੍ਹਾਂ ਫੀਲਿੰਗ ਸੀਗੀ, ਇੱਕ ਰਿਸਪੌਂਸ ਸੀਗਾ ਵੀ ਅਸੀਂ ਚਾਹੇ ਕਿਸੇ ਨਾਲ ਵੀ ਸਾਨੂੰ ਜਿੱਤ ਚਾਹੀਦੀ, ਚਾਹੇ ਤੁਸੀਂ ਕਿਸੇ ਨਾਲ ਗੱਠਜੋੜ ਕਰੋ। ਤੇ ਇਸ ਕਰਕੇ ਪਾਰਟੀ ਨੇ ਪਹਿਲਾਂ ਪਾਰਟੀ ਦੀ ਕੋਸ਼ਿਸ਼ ਹੁੰਦੀ ਸੀ ਵੀ ਅਸੀਂ ਇਕੱਲੇ ਲੜਨਾ ਔਰ 2017 ਤੱਕ ਪਾਰਟੀ ਨੇ ਇਕੱਲੇ ਇਲੈਕਸ਼ਨ ਲੜੇ। ਪਰ ਹਾਲਾਂਕਿ ਉਦੋਂ ਵੀ ਬਸਪਾ ਬਹੁਤ ਮਜ਼ਬੂਤ ਸੀ। ਪਰ ਜਿੱਦਾਂ ਹੁਣ ਕਿਉਂਕਿ ਮੈਂ 10 ਸਾਲਾਂ ਤੋਂ ਪੋਲੀਟਿਕਸ ਵਿੱਚ ਆ ਵੀ ਜਿਹੜੀ BSP ਸੀ, ਮੈਂ ਦੇਖਦਾ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਆ ਉਹ ਸਾਧਨ ਪੱਖੋਂ ਸਾਡੇ ਤੋਂ ਬਹੁਤ ਮਜ਼ਬੂਤ ਆ। ਤੇ ਅਖੀਰ ਦੇ ਵਿੱਚ ਅਸੀਂ 5 ਸਾਲ ਮਿਹਨਤ ਕਰਕੇ ਵੀ ਅਸੀਂ
2-2 3-3 ਹਜ਼ਾਰ ਵੋਟ ਨਾਲ ਰਹਿ ਜਾਂਦੇ ਸੀ, ਸਿਰਫ ਕਿਉਂਕਿ ਸਾਧਨਾਂ ਤੋਂ ਸਾਡੇ ਕੋਲ ਕਮੀ ਸੀ। ਤੇ ਇਸ ਕਰਕੇ ਬਸਪਾ ਨੇ 2019 ਵਿੱਚ ਵੀ ਗਠਬੰਧਨ ਦੀ ਪੋਸੀਬਿਲਿਟੀ ਤਲਾਸ਼ੀ, ਔਰ ਅਸੀਂ ਜਿਹੜੀਆਂ ਮਤਲਬ 6 ਪਾਰਟੀਆਂ ਸੀ, ਹਾਲਾਂਕਿ ਉਹ ਛੋਟੀਆਂ ਪਾਰਟੀਆਂ ਸੀਗੀਆਂ, ਪਰ ਉਸ ਦੇ ਬਾਵਜੂਦ ਅਸੀਂ 2 ਲੱਖ ਵੋਟ ਲੈ ਕੇ ਗਏ। ਤੇ ਉਸ ਤੋਂ ਬਾਅਦ ਜਿਹੜਾ ਉਸ ਨੂੰ ਇੱਕ ਵਰਕਰ ਕੇਡਰ ਵੱਲੋਂ ਪੋਜ਼ਿਟਿਵ ਹੁੰਗਾਰਾ ਦਿੱਤਾ ਗਿਆ ਉਸ ਗੱਠਜੋੜ ਨੂੰ। ਤੇ ਇਸ ਕਰਕੇ ਬੀਐਸਪੀ ਨੇ ਸੋਚਿਆ ਵੀ ਜਦ ਵਰਕਰ ਦਾ ਹਾਂ ਪੱਖੀ ਹੁੰਗਾਰਾ ਆ, ਔਰ ਲੀਡਰਸ਼ਿਪ ਨੇ ਵਰਕਰ ਦੀ ਭਾਵਨਾ ਨੂੰ ਹੀ ਸਮਝਣਾ ਹੁੰਦਾ, ਕਿਉਂਕਿ ਵਰਕਰ ਕਰਕੇ ਹੀ ਲੀਡਰਸ਼ਿਪ ਆ ਔਰ ਵਰਕਰ ਕਰਕੇ ਹੀ ਆਰਗੇਨਾਈਜੇਸ਼ਨ ਆ। ਤੇ ਇਸ ਕਰਕੇ ਗੱਠਜੋੜ ਵੱਲ ਵਧੇ। ਤੇ ਆਪਾਂ ਕਿਉਂਕਿ ਰਾਜਨੀਤੀ ਦੇ ਵਿੱਚ ਸਕਾਰਾਤਮਕ ਪੋਜ਼ਿਟਿਵ ਸਿੱਟੇ ਕੱਢਣੇ ਆ, ਤੇ ਸਾਨੂੰ ਲੱਗਦਾ ਵੀ ਜੇ ਗੱਠਜੋੜ ਦੇ ਰਾਹੀਂ ਇਹ ਜਿੱਤ ਸਕਦੇ ਆ, ਤੇ ਇਸ ਕਰਕੇ ਗੱਠਜੋੜ ਦੀ ਜਿਹੜੀ ਗੱਠਜੋੜ ਵੱਲ ਵਧਣਾ ਜ਼ਰੂਰੀ ਸੀ। ਤੇ ਇਸ ਕਰਕੇ ਵਰਕਰ ਦੀ ਭਾਵਨਾ, ਕਿਉਂਕਿ ਜਿੱਤ ਚਾਹੁੰਦੇ ਆ ਔਰ ਜਿੱਤ ਲਈ ਹੀ ਆਪਾਂ ਆਏ ਆ, ਕਿਉਂਕਿ ਸੱਤਾ ਹੀ ਸੰਭਾਲਣੀ ਆ। ਤੇ ਇਸ ਕਰਕੇ ਗੱਠਜੋੜ ਅਸੀਂ ਕੀਤਾ ਹੈਗਾ। ਤੁਸੀਂ ਵਰਕਰ ਦੀ ਭਾਵਨਾ ਦੀ ਗੱਲ ਕੀਤੀ ਹੈ, ਕਾਰਨ ਕੀ ਹੈ ਕਿ ਤੁਸੀਂ ਵਰਕਰ ਦੀ ਭਾਵਨਾ ਕਰਕੇ ਅਕਾਲੀ ਦਲ ਨਾਲ ਗੱਠਜੋੜ ਕਰਦੇ ਹੋ, ਤੇ ਵਰਕਰ ਤੇ ਬਹੁਤ ਸਾਰੇ ਆਗੂ ਇਸ ਗੱਠਜੋੜ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਉਂਦੇ ਆ। ਰਛਪਾਲ ਰਾਜੂ ਹੁਰੀ, ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ, ਬਗਾਵਤ ਕਰਦੇ ਆ। ਇਸ ਤੋਂ ਇਲਾਵਾ ਭੋਸਲੇ ਸਾਹਿਬ ਫਲੋਰ ਤੋਂ ਉਹ ਜਿਹੜੇ ਆ ਇਸ ਵੇਲੇ ਨਾਰਾਜ਼ ਹੋਏ ਪਏ, ਔਰ ਰਲ ਮਿਲ ਕੇ ਇਹਨਾਂ ਦੇ ਵੱਲੋਂ ਇੱਕ ਨਵੀਂ ਬਸਪਾ ਜਿਹੜੀ ਆ ਉਹ ਖੜੀ ਕਰ ਦਿੱਤੀ ਗਈ ਹੈ, ਪੰਜਾਬ ਬਹੁਜਨ ਸਮਾਜ ਪਾਰਟੀ। ਲੱਗਦਾ ਕਿ ਸਾਰੇ ਵਰਕਰਾਂ ਨੂੰ ਜਿਹੜਾ ਭਰੋਸੇ ਦੇ ਵਿੱਚ ਲੈ ਕੇ ਇਹ ਗੱਠਜੋੜ ਕੀਤਾ ਗਿਆ ਸੀ, ਸੀਟਾਂ ਦੀ ਵੰਡ ਕੀਤੀ ਗਈ, ਜਾਂ ਕੁਝ ਵਰਕਰ ਤੇ ਆਗੂ ਭਰੋਸੇ ਦੇ ਵਿੱਚ ਲੈਣੇ ਰਹਿ ਗਏ ਸੀ, ਜਿਹਦਾ ਕਰਕੇ ਇੱਕ ਤਰੀਕੇ ਨਾਲ ਟੁੱਟ ਭੱਜ ਵੀ ਇਸ ਪਾਰਟੀ ਦੇ ਵਿੱਚ ਹੁੰਦੀ ਨਜ਼ਰ ਆਈ ਹੈ? ਦੇਖੋ, ਇੱਕ ਤਾਂ ਇਹ ਆ ਵੀ ਪਾਰਟੀ ਨੇ ਹਮੇਸ਼ਾ ਹੀ ਵਰਕਰ ਨੂੰ ਭਰੋਸੇ 'ਚ, ਕਿਉਂਕਿ ਇਹ ਵਰਕ ਤੁਸੀਂ ਚਾਹੇ ਉਹਨਾਂ ਦੀ ਹਰ ਬੰਦਾ ਇਹੀ ਕਹਿੰਦਾ ਬਈ ਅਸੀਂ ਇਸ ਗੱਠਜੋੜ ਨਾਲ ਸਹਿਮਤ ਆ। ਜਿਹੜਾ ਆਮ ਵਰਕਰ ਆ, ਈਵਨ ਜਿਹੜਾ ਵਿਰੋਧ ਵੀ ਕਰਦਾ ਆ, ਉਹ ਵੀ ਇਹੀ ਕਹਿੰਦਾ ਵੀ ਗੱਠਜੋੜ ਨਾਲ ਸਹਿਮਤ ਆ, ਕਿਉਂਕਿ ਵਰਕਰ ਦੀ ਹੀ ਫੀਲਿੰਗ ਸੀ। ਹਾਲਾਂਕਿ ਪਾਰਟੀ ਇਕੱਲੇ ਲੜਦੀ ਰਹੀ, ਪਰ ਵਰਕਰ ਪ੍ਰੈਸ਼ਰਾਈਜ਼ ਕਰਦਾ ਸੀ ਵੀ ਨਹੀਂ, ਤੁਸੀਂ ਗੱਠਜੋੜ ਕਰੋ ਔਰ ਗੱਠਜੋੜ ਦੇ ਵਿੱਚ ਲੜੋ, ਉਹ 'ਚ ਅਸੀਂ ਜਿੱਤਦੇ ਹਾਂ। ਤੇ ਇਸ ਕਰਕੇ ਇੱਕ ਤਾਂ ਇਹ ਆ ਵੀ ਇਹ ਵਰਕਰ ਦੇ ਭਰੋਸੇ ਨੂੰ ਲੈ ਕੇ ਹੀ ਗੱਠਜੋੜ ਕੀਤਾ ਗਿਆ। ਸੈਕੰਡ ਇਹ ਆ ਵੀ ਜਿਹੜੀ ਤੁਸੀਂ ਇਹ ਗੱਲ ਕੀਤੀ ਵੀ ਵਿਰੋਧ, ਦੇਖੋ ਇੱਕ ਤਾਂ ਇਹ ਆ ਵੀ ਇਹ ਇਕੱਲਾ ਬੀਐਸਪੀ ਦਾ ਨਹੀਂ ਹੈ, ਕੋਈ ਵੀ ਪਾਰਟੀ ਗਠਬੰਧਨ ਕਰੂੰਗੀ, ਉਹਨੇ ਜਦੋਂ ਆਪਣੇ ਹਿੱਸੇ ਦੀਆਂ, ਕਿਉਂਕਿ ਸੀਟ ਵੰਡ ਹੋਣੀ ਆ, ਤੇ ਜਿਹੜਾ ਵੀ ਉੱਥੇ ਵਰਕਰ 5 ਸਾਲ ਦੀ ਤਿਆਰੀ ਕਰਦਾ, ਕਿਸੇ ਨਾ ਕਿਸੇ ਦੀ ਸੀਟ ਜਾਣੀ ਆ। ਉਹ ਅਕਾਲੀ ਦਲ ਵਾਲਿਆਂ ਦੀਆਂ ਵੀ ਗਈਆਂ ਹੈਗੀਆਂ ਤੇ ਬੀਐਸਪੀ ਦੇ ਹਿੱਸੇ 'ਚ ਵੀ ਗਈਆਂ, ਤੇ ਉਹਦੇ ਵਿੱਚ ਵਰਕਰਾਂ ਦੀ ਜਿਹੜੀ ਨਾਰਾਜ਼ਗੀ ਆ ਉਹ ਸੁਭਾਵਿਕ ਆ। ਪਰ ਬੀਐਸਪੀ ਦੇ ਮਸਲੇ 'ਚ ਅਸੀਂ ਦੇਖਦੇ ਹਾਂ ਸਿਰਫ ਇੱਕ ਸੀਟ ਆ ਫਿਲੌਰ ਦੀ ਮੇਨਲੀ, ਨਹੀਂ ਤਾਂ ਅਦਰਵਾਈਜ਼ ਉਹਦੇ ਵਿੱਚ ਵੀ ਕੁਝ ਸੈਕਸ਼ਨ ਹੈਗਾ ਆ। ਮੈਜੋਰਟੀ ਜਿਹੜੇ ਵਰਕਰ ਆ ਉਹ ਪਾਰਟੀ ਦੇ ਫੈਸਲੇ ਨਾਲ ਸਹਿਮਤ ਆ। ਤੇ ਇਸ ਕਰਕੇ, ਔਰ ਜਿਹੜੀ ਤੁਸੀਂ ਪਾਰਟੀ ਦੀ ਵੀ ਗੱਲ ਕੀਤੀ ਆ, ਹਾਲਾਂਕਿ ਇਸ ਤਰ੍ਹਾਂ ਦੀ ਕੋਸ਼ਿਸ਼ਾਂ ਸੀਗੀਆਂ, ਪਰ ਜਿਹੜਾ ਕੇਡਰ ਆ ਉਹਨੇ ਅਪਰੂਵਲ ਨਹੀਂ ਦਿੱਤੀ ਔਰ ਪਾਰਟੀ ਕੋਈ ਨਹੀਂ ਬਣੀ। ਸਾਰਾ ਹੀ ਪੰਜਾਬ ਦਾ ਜਿਹੜਾ ਕੇਡਰ ਆ ਭੈਣ ਕੁਮਾਰੀ ਮਾਇਆਵਤੀ ਦੀ ਲੀਡਰਸ਼ਿਪ ਦੇ ਅੰਡਰ ਬੀਐਸਪੀ ਦੇ ਨਾਲ ਆ, ਉਹ ਸਾਹਿਬ ਕਾਂਸ਼ੀ ਰਾਮ ਦੇ ਅੰਦੋਲਨ ਦੇ ਨਾਲ ਆ। ਤੇ ਇਸ ਕਰਕੇ ਦੇਖੋ, ਕਦੀ ਵੀ ਤੁਸੀਂ ਚਾਹੇ ਕਾਂਗਰਸ ਲਾ ਲਓ, ਈਵਨ ਬੀਜੇਪੀ ਵੀ ਲਾ ਲਓ, ਕਦੀ ਵੀ 100% ਸਹਿਮਤੀ ਨਹੀਂ ਹੁੰਦੀ, ਕੋਈ ਨਾ ਕੋਈ ਉਤਾਰ ਚੜਾਅ ਹੁੰਦਾ ਆ। ਇਹ ਰਾਜਨੀਤੀ ਆ, ਕਿਉਂਕਿ ਇੱਥੇ ਕੋਈ ਜਿਹੜੇ ਬੰਦੇ ਆ ਉਹ ਕੋਈ ਆਪਾਂ ਕਿਸੇ ਰੂਲ ਨਾਲ ਜਾਂ ਉੱਦਾਂ ਨਹੀਂ ਬੰਨੇ, ਇੱਕ ਸਮਰਥਨ ਨਾਲ। ਬਲਵਿੰਦਰ ਜੀ, ਮੈਨੂੰ ਪਤਾ ਨਹੀਂ ਕਿਉਂ ਇੱਥੇ ਮੈਨੂੰ ਲੱਗਦਾ ਕਿ ਗੱਲ ਕੱਟਣੀ ਚਾਹੀਦੀ ਹੈ। ਤੁਸੀਂ ਹੁਣ ਨਾ ਪੋਲਿਟਿਕਸ ਸ਼ਬਦ ਬਹੁਤ ਵਰਤ ਰਹੇ ਹੋ ਕਿ ਰਾਜਨੀਤੀ ਆ। ਮੈਂ ਜਿੰਨੀ ਵਾਰੀ ਇਸ ਪਾਰਟੀ ਦੇ ਨੁਮਾਇੰਦਿਆਂ ਨਾਲ ਗੱਲ ਕੀਤੀ, ਜਾਂ ਪਹਿਲੇ ਪਹਿਲ ਜਦੋਂ ਤੁਹਾਡੇ ਨਾਲ ਗੱਲ ਕਰਿਆ ਕਰਦਾ ਸੀਗਾ, ਤੇ ਮੈਨੂੰ ਇੱਕ ਸ਼ਬਦ ਸੁਣਨ ਨੂੰ ਮਿਲਦਾ ਸੀ ਕਿ ਮਿਸ਼ਨ ਆ। ਇਹ ਸੱਤਾ ਨੇ ਜਿਹੜਾ ਆ ਉਹ ਮਿਸ਼ਨ ਨੂੰ ਪੋਲਿਟਿਕਸ ਦੇ ਵਿੱਚ ਤਬਦੀਲ ਕਰ ਦਿੱਤਾ, ਇੱਦਾਂ ਲੱਗਦਾ ਹੈ, ਜਾਂ ਉਹ ਮਿਸ਼ਨ ਹੁਣ ਪਿੱਛੇ ਰਹਿ ਗਿਆ? ਹੁਣ ਸਿਰਫ ਤੇ ਸਿਰਫ ਇਹ ਰਹਿ ਗਿਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ 2-4 ਸੀਟਾਂ ਜਿੱਤਣੀਆਂ ਤਾਂ ਕਿ ਪਾਰਟੀ ਬਣੀ ਰਵੇ, ਪਾਰਟੀ ਦੇ ਨਾਲ ਭਰੋਸਾ ਜੁੜਿਆ ਰਵੇ ਵਰਕਰਾਂ ਦਾ ਕਿ ਨਹੀਂ ਭਾਈ ਇਹ ਮੈਦਾਨ 'ਚ ਹੈਗੇ ਆ ਤਾਂ ਕਰਕੇ ਆ। ਇਹ ਮਿਸ਼ਨ ਛੱਡ ਦਿੱਤਾ, ਹੁਣ ਪੋਲਿਟਿਕਸ ਕਰਨੀ ਸ਼ੁਰੂ ਕਰ ਦਿੱਤੀ, ਜਾਂ ਮਿਸ਼ਨ ਦੀ ਪੋਲਿਟਿਕਸ ਚੱਲ ਰਹੀ ਹੈ ਇਹ? ਦੇਖੋ, ਜਿਹੜਾ ਮਿਸ਼ਨ ਕੀ ਆ, ਮਿਸ਼ਨ ਇਹੀ ਆ ਵੀ ਜਿਨ੍ਹਾਂ ਨੂੰ ਸੱਤਾ ਨਹੀਂ ਮਿਲੀ ਕਦੀ, ਜਿਹੜੇ ਲੋਕ ਇਸ ਦੇਸ਼ ਦੇ ਵਿੱਚ ਹਾਸ਼ੀਏ ਤੋਂ ਰੱਖੇ ਗਏ, ਉਹਨਾਂ ਨੂੰ ਸੱਤਾ ਦੇ ਕੇਂਦਰ ਤੱਕ ਲਿਜਾਣਾ, ਇਹੀ ਮਿਸ਼ਨ ਆ। ਮਿਸ਼ਨ ਕੀ ਹੈਗਾ? ਮਤਲਬ ਮਿਸ਼ਨ ਆ ਵੀ ਜਿਹੜਾ ਬੰਦਾ ਮਾਰਜਲਾਈਜ਼ ਆ, ਜਿਹੜਾ ਹਾਸ਼ੀਏ ਤੇ ਆ, ਔਰ ਜਿਹੜੀ ਰੂਲਿੰਗ ਧਿਰ, ਕਿਉਂਕਿ ਮੇਨਲੀ ਸੈਂਟਰ ਦੇ ਵਿੱਚ ਕਾਂਗਰਸ ਰਹੀ ਆ, ਔਰ ਸਾਹਿਬ ਕਾਂਸ਼ੀ ਰਾਮ ਜੀ ਨੇ ਜਦੋਂ ਅੰਦੋਲਨ ਖੜਾ ਕੀਤਾ, ਉਹਨਾਂ ਨੇ ਕਿਹਾ ਵੀ ਸਿਰਫ 15% ਰੂਲ ਕਰ ਰਹੇ ਆ ਤੇ 85 ਬਾਹਰ ਆ। ਤੇ ਉਹਨਾਂ ਨੇ ਉਹਨੂੰ ਕਿਹਾ ਵੀ ਇਹ ਬਹੁਜਨ ਸਮਾਜ ਆ, ਤੇ ਉਹਨੂੰ ਸੰਗਠਿਤ ਕਰੋ ਤੇ ਉਹਨੂੰ ਪਾਵਰ 'ਚ ਲੈ ਕੇ ਜਾਓ। ਤੇ ਇਸ ਕਰਕੇ ਜਿਹੜਾ ਬਸ ਮਿਸ਼ਨ ਕੀ ਹੈਗਾ, ਮਿਸ਼ਨ ਇਹ ਆ ਵੀ ਜਿਹੜੇ ਬੰਦੇ ਹਾਸ਼ੀਏ ਤੇ ਆ, ਜਿਨ੍ਹਾਂ ਕੋਲ ਪਾਵਰ ਹੈ ਨਹੀਂ, ਉਹਨਾਂ ਨੂੰ ਪਾਵਰ ਦੇ ਸੈਂਟਰ 'ਚ ਲੈ ਕੇ ਜਾਣਾ। ਤੇ ਇਸ ਕਰਕੇ ਉਹ ਸੈਂਟਰ ਨੂੰ ਲਿਜਾਣ, ਪਾਵਰ 'ਚ ਲਿਜਾਣਾ ਹੀ ਮਿਸ਼ਨ ਆ।
ਤੇ ਉਸ ਕਰਕੇ ਉਹ ਪਾਵਰ 'ਚ ਲਿਆਉਣ ਦੀ ਹੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹਨੂੰ ਕੋਈ ਉਹਨੂੰ ਜਿਸ ਤਰ੍ਹਾਂ ਮਰਜ਼ੀ ਇੰਟਰਪ੍ਰੀਟ ਕਰ ਸਕਦਾ, ਪਰ ਬਸਪਾ ਦੇ ਨਜ਼ਰੀਏ ਨੂੰ ਇਹੀ ਆ ਵੀ ਜਿਹੜਾ ਬਸਪਾ ਦੀ ਲੀਡਰਸ਼ਿਪ ਆ ਉਹਨੇ ਆਪਣਾ ਮਿਸ਼ਨ ਨਹੀਂ ਛੱਡਿਆ। ਮਿਸ਼ਨ ਇਹੀ ਆ ਵੀ ਜਿਹੜੇ ਲੋਕ ਜਿਨੀ ਕਦੀ ਸੱਤਾ ਨਹੀਂ ਦੇਖੀ, ਜਿਹੜੇ ਕਦੀ ਇਸ ਪ੍ਰਬੰਧ ਦੇ ਕੇਂਦਰ ਬਿੰਦੂ ਨਹੀਂ ਰਹੇ, ਉਹਨਾਂ ਨੂੰ ਕੇਂਦਰ ਬਿੰਦੂ 'ਚ ਲੈ ਕੇ ਆਈਏ ਤਾਂ ਕਿ ਉਹਨਾਂ ਦਾ ਜਿਹੜਾ ਭਲਾ ਆ ਉਹ ਅਸੀਂ ਆਪ ਜਿਹੜੇ ਉਹ ਲੋਕ ਆ ਆਪਣੀ ਪਾਰਟੀ ਰਾਹੀਂ ਆਪਣੇ ਅੰਦੋਲਨ ਰਾਹੀਂ ਆਪ ਕਰ ਸਕੀਏ। ਜੇ ਅਸੀਂ ਭਾਵੇਂ ਇਹਦੇ ਲਈ ਸਮਝੌਤੇ ਕਰਨੇ ਪੈਣ ਕੁਝ ਨਹੀਂ, ਅਦਰਵਾਈਜ਼ ਦੇਖੋ ਜਿਹੜੀਆਂ ਮਾਰਜਲਾਈਜ਼ ਸੈਕਸ਼ਨ ਦੀ ਪੋਲਿਟਿਕਸ ਆ ਉਹ ਇੰਡੀਪੈਂਡੈਂਟ ਅਸੀਂ ਕਰਕੇ ਵੀ ਦੇਖੀ ਆ, ਪਰ ਉਹ ਉੱਥੇ ਅਸੀਂ ਡਿਫੀਟ ਹੋਏ ਆ ਛੋਟੇ ਮਾਰਜਨ ਦੇ ਨਾਲ। ਤੇ ਆਪਾਂ ਨੂੰ ਕਿਸੇ ਨਾ ਕਿਸੇ ਜਿਹੜੀਆਂ ਧਿਰਾਂ ਦਾ ਉਹ ਗੱਠਜੋੜ ਦੀ ਪੋਸੀਬਿਲਿਟੀ ਤਦੇ ਤਲਾਸ਼ੀ ਆ, ਉਹ ਵੀ ਜਿਹੜਾ ਸਾਡਾ ਲਕਸ਼ ਆ ਉਹਨੂੰ ਅਚੀਵ ਕਰਨ ਦੇ ਮੱਦੇ ਨਜ਼ਰ ਹੀ ਆ। ਗੱਠਜੋੜ ਦਾ ਵੀ ਇੱਕ ਆਪਣਾ ਧਰਮ ਹੁੰਦਾ ਹੈ ਨਾ, ਕਿ ਤੁਸੀਂ ਇੱਕ ਵਾਰੀ ਗੱਠਜੋੜ ਕਰ ਲਿਆ ਉਸ ਰਾਹ ਤੇ ਤੁਰਨਾ ਹੁੰਦਾ ਜੋ ਤੁਸੀਂ ਤੈਅ ਕਰ ਲਿਆ। ਕਾਰਨ ਕੀ ਹੈ ਕਿ ਇਸ ਗੱਠਜੋੜ ਦੇ ਵਿੱਚ ਪੈਰ ਤੇ ਸਥਿਤੀਆਂ ਜਿਹੜੀਆਂ ਉਹ ਬਦਲਦੀਆਂ ਨਜ਼ਰ ਆਉਂਦੀਆਂ। ਕਦੀ ਤੁਹਾਡੀ ਪਾਰਟੀ ਦੇ ਅੰਦਰੋਂ ਹੀ ਵਿਰੋਧੀ ਆਵਾਜ਼ ਉੱਠ ਜਾਂਦੀ ਹੈ ਕਿ ਨਹੀਂ ਭਾਈ ਆਹ ਨਹੀਂ ਹੋਣਾ ਚਾਹੀਦਾ ਸੀ, ਅਸੀਂ 3 ਸੀਟਾਂ ਜਿਹੜੀਆਂ ਨਹੀਂ ਛੱਡਣੀਆਂ ਚਾਹੀਦੀਆਂ ਸੀ, ਬੰਗੇ ਵਾਲੀ ਸੀਟ, ਇਹਦੇ ਤੋਂ ਇਲਾਵਾ ਫਲੋਰ ਵਾਲੀ ਸੀਟ ਤੇ ਆਦਮਪੁਰ ਵਾਲੀ ਸੀਟ। ਉਹ ਕਹਿੰਦੇ ਇੱਥੇ ਸਾਡਾ ਪ੍ਰਭਾਵ ਆ, ਇੱਥੇ ਜਿੱਤ ਦੀਆਂ ਸੰਭਾਵਨਾ ਬਹੁਤ ਜ਼ਿਆਦੀਆਂ। ਔਰ ਜਿਹੜੇ ਅਕਾਲੀ ਦਲ ਵੱਲੋਂ ਵੀ ਜਿੱਤੇ ਹੋਏ ਵਿਧਾਇਕ ਆ ਉਹ ਗਏ ਵੀ ਬਸਪਾ ਚੋਂ ਆ, ਇਹ ਇਤਫਾਕ ਦੀ ਜਿਹੜੀ ਉਹ ਗੱਲ ਹੈਗੀ ਆ। ਪਰ ਉਸ 20 ਸੀਟਾਂ ਦੀ ਵੰਡ ਤੋਂ ਬਾਅਦ ਵੀ ਪੈਰ ਤੇ ਕਦੀ ਭੋਆ ਵਾਲੀ ਬਦਲ ਦਿੱਤੀ ਜਾਂਦੀ, ਅੰਮ੍ਰਿਤਸਰ ਵਾਲੀ ਬਦਲ ਦਿੱਤੀ ਜਾਂਦੀ ਹੈ। ਹੁਣ ਮੋਹਾਲੀ ਵਾਲੀ ਸੀਟ ਦੀ ਵੀ ਚਰਚਾ ਚੱਲਦੀ ਪਈ ਹੈ ਕਿ ਉਹ ਵੀ ਇਹ ਬਦਲਣ ਦੀ ਜ਼ਰੂਰਤ ਕਿਉਂ? ਬਸਪਾ ਸਹਿਮਤੀ ਨਾਲ ਇਹ ਸਾਰਾ ਕੁਝ ਕਰ ਰਹੀ ਹੈ ਜਾਂ ਅਕਾਲੀ ਦਲ ਨੂੰ ਜਿੱਥੇ ਲੱਗਦਾ ਕਿ ਬਸ ਜਿੱਤਣਾ ਜੋ ਮਰਜ਼ੀ ਹੋ ਜਾਵੇ ਤੇ ਉਹਦੇ ਨਾਲ ਬਸਪਾ ਵੀ ਸਮਝੌਤਾ ਕਰ ਜਾਂਦੀ, ਠੀਕ ਹੈ ਜੀ ਜੋ ਤੁਸੀਂ ਕਰ ਦੋਗੇ ਅਸੀਂ ਕਬੂਲ ਕਰ ਲਾਂਗੇ, ਜਾਂ ਤੁਹਾਨੂੰ ਲੱਗਦਾ ਕਿ ਨਹੀਂ ਇੱਕ ਵਾਰੀ ਜਿਹੜਾ ਤੈਅ ਹੋ ਗਿਆ ਜੇ ਉਸੇ ਮੁਤਾਬਕ ਚੀਜ਼ਾਂ ਚੱਲਣ ਤੇ ਜ਼ਿਆਦਾ ਬਿਹਤਰ ਆ? ਦੇਖੋ ਇੱਕ ਤਾਂ ਇਹ ਆ ਵੀ ਜੇ ਕੋਈ ਸੀਟ ਦੀ ਅਦਲਾ ਬਦਲੀ ਵੀ ਹੋਈ ਆ ਦੋਨਾਂ ਪਾਰਟੀਆਂ ਦੀ ਸਹਿਮਤੀ ਨਾਲ ਆ, ਕਿਉਂਕਿ ਜਦੋਂ ਪਹਿਲਾਂ ਸਾਡੇ ਕੋਲ 20 ਸੀਟਾਂ ਅਨਾਉਂਸ ਹੋਈਆਂ ਉਹਦੇ ਵਿੱਚ BSP ਕੋਲ ਸ਼ਾਮ 84 ਨਹੀਂ ਸੀ। ਤੇ ਅਸਲ 'ਚ ਕੀ ਹੈ ਨਾ, ਜਦੋਂ ਨਿਊਜ਼ ਆਉਂਦੀਆਂ ਉਹ ਇਸ ਤਰ੍ਹਾਂ ਲੱਗਦਾ ਵੀ ਸ਼ਾਇਦ ਸਭ ਕੁਝ ਅਕਾਲੀ ਦਲ ਦੇ ਨਜ਼ਰੀਏ ਨਾਲ ਹੋ ਰਿਹਾ। ਮੰਨ ਲਓ ਇੱਦਾਂ ਨਹੀਂ ਦੇਖਿਆ ਵੀ ਹੋ ਸਕਦਾ ਬਸਪਾ ਦੇ ਨਜ਼ਰੀਏ ਨਾਲ ਵੀ ਹੋ ਰਿਹਾ ਹੋਵੇ। ਤੇ ਇਸ ਕਰਕੇ ਜਦੋਂ ਪਹਿਲਾਂ ਸਾਡੇ ਕੋਲ ਸ਼ਾਮ 84 ਸੀਟ ਨਹੀਂ ਸੀ ਔਰ BSP ਦੀ ਲੀਡਰਸ਼ਿਪ ਨੇ ਲਗਾਤਾਰ ਇਸ ਗੱਲ ਨੂੰ ਪਰਸੂ ਕੀਤਾ ਵੀ ਸ਼ਾਮ 84 ਹੁਸ਼ਿਆਰਪੁਰ, ਕਿਉਂਕਿ ਸਾਡੀ ਉਹ ਕੇਡਰ ਦੀ ਸੀਟ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਵੀ ਸਾਡੇ ਕੋਲ ਹੋਣੀ ਚਾਹੀਦੀ ਆ। ਤੇ ਇਸ ਕਰਕੇ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਸਾਨੂੰ 2 ਸੀਟਾਂ ਮਿਲੀਆਂ ਸੀ, ਹੁਣ ਅੰਮ੍ਰਿਤਸਰ ਸੈਂਟਰਲ ਸੀ ਤਾਂ ਅੰਮ੍ਰਿਤਸਰ ਨਾਰਥ, ਜਿਹਦੇ ਵਿੱਚ ਹੁਣ ਅਨਿਲ ਜੋਸ਼ੀ ਜੀ ਲੜ ਰਹੇ ਆ। ਤੇ ਉਸ ਬਦਲੇ ਸਾਨੂੰ ਸ਼ਾਮ 84 ਮਿਲ ਗਈ। ਹੁਣ ਉਹਦੇ ਵਿੱਚ ਅਕਾਲੀ ਦਲ ਦੇ ਵੀ ਇੰਟਰਸਟ ਪੂਰੇ ਹੋ ਗਏ, ਉਹਨਾਂ ਨੇ ਜੋਸ਼ੀ ਨੂੰ ਉੱਥੇ ਦੇ ਦਿੱਤੀ। ਪਰ ਬਸਪਾ ਦਾ ਵੀ ਲਾਸ ਨਹੀਂ ਹੋਇਆ, ਉਹਨਾਂ ਕੋਲ ਵਧੀਆ ਕੇਡਰ ਵਾਲੀ ਜਿਹੜੀ ਸੀਟ ਆਈ ਆ। ਤੇ ਇਸ ਕਰਕੇ ਦੋਨਾਂ ਪਾਰਟੀਆਂ ਦੀ ਸਹਿਮਤੀ ਔਰ ਦੋਨਾਂ ਦੇ ਹਿੱਤ ਦੇ ਮੱਦੇ ਨਜ਼ਰ ਇਹ ਅਦਲਾ ਬਦਲੀ ਹੋ ਰਹੀ ਆ। ਇਸ ਤਰ੍ਹਾਂ ਨਹੀਂ ਹੈਗਾ, ਕਿਉਂਕਿ BSP ਇੱਕ ਨੈਸ਼ਨਲ ਪਾਰਟੀ ਹੈਗੀ ਆ ਤੇ ਅਕਾਲੀ ਦਲ ਵੀ ਇੱਕ ਮਜ਼ਬੂਤ ਪਾਰਟੀ ਆ ਔਰ ਦੋਨੇ ਸਮਾਨ ਬੇਸ, ਮਜ਼ਬੂਤ ਕੇਡਰ ਬੇਸ ਔਰ ਦੋਨਾਂ ਇੱਕ ਤਰ੍ਹਾਂ ਇੱਕੋ ਹੀ ਵਿਚਾਰਧਾਰਾ ਪਾਰਟੀਆਂ ਆ ਔਰ ਦੋਨਾਂ ਵਿੱਚ ਜਿਹੜੀ ਇੱਕ ਭਾਈਚਾਰਕ ਸਾਂਝ ਵੀ ਆ। ਇਸ ਕਰਕੇ ਆਪਸੀ ਸਹਿਮਤੀ ਦੇ ਨਾਲ ਜਿਹੜੀਆਂ ਸੀਟਾਂ ਦੀ ਅਦਲਾ ਬਦਲੀ ਹੋਈ ਆ ਔਰ ਦੋਨਾਂ ਦੇ ਹਿੱਤ ਵਿੱਚ ਸੁਰੱਖਿਅਤ ਰਹਿੰਦੇ ਆ। ਸਭ ਤੋਂ ਵੱਡੀ ਗੱਲ ਹੁੰਦੀ ਹੈ ਜਦੋਂ ਤੁਸੀਂ ਚੋਣ ਮੈਦਾਨ 'ਚ ਉਤਰਦੇ ਆ ਤੇ ਤੁਹਾਡੇ ਏਜੰਡੇ ਕੀ ਰਹਿਣਗੇ। ਬਹੁਜਨ ਸਮਾਜ ਪਾਰਟੀ ਬਹੁਜਨ ਦੀ ਗੱਲ ਕਰਦੀ ਹੈ, ਉਹਨਾਂ ਦੇ ਹੱਕਾਂ ਦੀ ਗੱਲ ਕਰਦੀ ਹੈ। ਜਿਵੇਂ ਤੁਸੀਂ ਕਿਹਾ ਕਿ ਅਸੀਂ ਉਹ 85% ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਸੱਤਾ ਦੇ ਵਿੱਚ ਲੈ ਕੇ ਉਹਨਾਂ ਦੇ ਹੱਕ ਦਿਵਾਉਣੇ ਆ। ਕਿੰਨੇ ਹੱਕ ਮਿਲੇ ਆ, ਕਿਸ ਤਰੀਕੇ ਨਾਲ ਮਿਲੇ ਆ, ਜਾਂ ਕਿਹੜੀਆਂ ਸਥਿਤੀਆਂ ਦੇ ਵਿੱਚ ਇਸ ਵੇਲੇ ਬਹੁਜਨ ਸਮਾਜ ਹੈਗਾ, ਉਹ ਦੱਸਣ ਪੁੱਛਣ ਦੀ ਲੋੜ ਨਹੀਂ ਆ। ਬਲਵਿੰਦਰ ਜੀ ਤੁਸੀਂ ਆਪ ਜਾਣਦੇ ਹੋ ਕਿ ਹਾਲਾਤ ਕੀ ਨੇ। ਹੁਣ ਜਦੋਂ ਗੱਠਜੋੜ ਦੀ ਪੋਲਿਟਿਕਸ ਦੇ ਵਿੱਚ ਆਏ ਹੋ ਤੁਸੀਂ, ਤੇ ਇਹਦੇ ਤੋਂ ਬਾਅਦ ਬਹੁਜਨ ਨੂੰ ਲੈ ਕੇ ਕਿਹੜੇ ਏਜੰਡੇ ਰੱਖੇ ਨੇ ਇਸ ਗੱਠਜੋੜ ਦੇ ਵਿੱਚ ਵੀ, ਤੇ ਕੀ ਲੋਕਾਂ ਨੂੰ ਕਹਿ ਰਹੇ ਹੋ ਕਿ ਆਹ ਚੀਜ਼ਾਂ ਅਸੀਂ ਕਰਾਂਗੇ ਜਿਹਦੇ ਭਰੋਸੇ ਦੇ ਵਿੱਚ ਸਾਨੂੰ ਵੋਟ ਜਿਹੜੀ ਆ ਉਹ ਪਾਈ ਜਾਵੇ? ਦੇਖੋ ਇੱਕ ਤਾਂ ਆਪਾਂ ਜ਼ਿਆਦਾਤਰ ਹਲਕੇ ਵਿੱਚ, ਕਿਉਂਕਿ ਮੈਂ ਇਸ ਟਾਈਮ ਹਲਕੇ ਦਾ ਕੈਂਡੀਡੇਟ ਹਾਂ, ਅਸੀਂ ਜ਼ਿਆਦਾਤਰ ਆਪਣਾ ਪੋਜ਼ਿਟਿਵ ਏਜੰਡਾ ਹੀ ਲੈ ਕੇ ਚੱਲਦੇ ਪਏ ਹਾਂ। ਦੇਖੋ ਆਪਾਂ ਤਾਂ ਦੇਖੋ ਹੁਣ ਕਾਂਗਰਸ ਨੂੰ ਲੋਕਾਂ ਨੇ ਸਮਾਂ ਦਿੱਤਾ ਆ, BSP ਨੂੰ ਤਾਂ ਸਮਾਂ ਨਹੀਂ ਦਿੱਤਾ, ਕਿਉਂਕਿ ਲੋਕਾਂ ਦੀ ਅਪਰੂਵਲ, ਅਸੀਂ ਤਾਂ ਲੋਕਾਂ ਤੋਂ ਅਪੀਲ ਕਰੀ ਦੀ ਆ, ਪਰ ਲੋਕਾਂ ਨੇ ਅਪਰੂਵਲ ਜ਼ਿਆਦਾ ਕਾਂਗਰਸ ਨੂੰ ਦਿੱਤੀ। ਹਲਕੇ ਵਿੱਚ ਵੀ ਮੈਜੋਰਟੀ ਜਿਹੜੀ ਆ ਜ਼ਿਆਦਾਤਰ ਜਿਹੜੀ ਕਾਂਗਰਸ ਜਿੱਤੀ ਆ। ਤੇ ਅਸੀਂ ਲੋਕਾਂ ਨੂੰ ਇਹ ਦੱਸ ਰਹੇ ਹਾਂ ਵੀ ਤੁਸੀਂ ਉਹਨਾਂ ਨੂੰ ਸਮਾਂ ਦਿੱਤਾ ਕੇਂਦਰ ਦੇ ਵਿੱਚ ਵੀ, ਸੂਬੇ ਦੇ ਵਿੱਚ ਵੀ, ਪਰ ਉਹਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਮੁੱਢਲੀਆਂ ਸੁਵਿਧਾਵਾਂ ਵੀ ਅੱਜ ਵੀ ਲੋਕੀ ਸੜਕ ਲਈ ਸੰਘਰਸ਼ ਕਰ ਰਹੇ ਆ, ਗਲੀ ਲਈ ਸੰਘਰਸ਼ ਕਰ ਰਹੇ ਆ, ਪੀਣ ਵਾਲੇ ਪਾਣੀ ਲਈ ਸੰਘਰਸ਼ ਕਰ ਰਹੇ ਆ। ਉਹਨਾਂ ਦੇ ਕੋਲ ਪਿੱਛੇ ਜੇ ਨਿਊਜ਼ ਸੀਗੀਆਂ, ਦਾ ਟ੍ਰਿਬਿਊਨ ਦੀ ਨਿਊਜ਼ ਸੀ ਬਈ ਸੂਬੇ ਵਿੱਚ ਡੇਂਗੂ ਫੈਲਿਆ ਆ ਔਰ ਸਰਕਾਰੀ ਡਿਸਪੈਂਸਰੀਆਂ ਵਿੱਚ ਪੈਰਾਸੀਟਾਮੋਲ ਦੀ ਵੀ ਦਵਾਈ ਨਹੀਂ ਹੈਗੀ, ਗੋਲੀ ਨਹੀਂ ਹੈਗੀ। ਤੇ ਇਸ ਕਰਕੇ
ਸਾਨੂੰ ਇਹ ਲੱਗਦਾ ਵੀ ਜੇ 74 ਸਾਲਾਂ ਬਾਅਦ ਉਸ ਰਾਜਨੀਤੀ ਦੇ ਵਿੱਚ ਲੋਕਾਂ ਦੀਆਂ ਮੁੱਢਲੀਆਂ ਸੁਵਿਧਾਵਾਂ ਵੀ ਨਹੀਂ ਪੂਰੀਆਂ ਹੋਈਆਂ, ਵੋਟ ਉਹਨਾਂ ਨੇ ਡਿਵੈਲਪਮੈਂਟ ਦੇ ਨਾਂ ਤੇ ਲਈ ਆ, ਤੇ ਉਹ ਬੀਐਸਪੀ ਜਿਹੜਾ ਬੀਐਸਪੀ ਨੂੰ ਬਦਲ ਦੇ ਤੌਰ ਤੇ ਉਹ ਨਾਲ ਗੱਠ ਜੋੜਿਆ ਵੀ ਗੱਠ ਜੋੜ ਨੂੰ ਬਦਲ ਦੇ ਤੌਰ ਤੇ ਵਰਤਨ, ਸਾਨੂੰ ਮੌਕਾ ਦੇਣ। ਕਿਉਂਕਿ ਅਸੀਂ ਜਦੋਂ ਨਹੀਂ ਪਾਵਰ ਸੀ ਉਦੋਂ ਵੀ ਲੋਕਾਂ ਦੀ ਇੰਪਾਵਰਮੈਂਟ ਲਈ ਕੰਮ ਕੀਤਾ, ਕਿਉਂਕਿ ਅਸੀਂ ਡਿਵੈਲਪਮੈਂਟ ਲਈ ਤਾਂ ਕਰ ਨਹੀਂ ਸਕਦੇ ਸੀ, ਸਾਡੇ ਕੋਲ ਸੱਤਾ ਨਹੀਂ ਸੀ, ਪਰ ਅਸੀਂ ਲੋਕਾਂ ਨੂੰ ਇਨਲਾਈਟਨ ਕਰਨ ਲਈ ਕੰਮ ਕੀਤਾ, ਲੋਕਾਂ ਨੂੰ ਜਿਹੜੀਆਂ ਪੀੜਤ ਧਿਰਾਂ ਨੂੰ ਸੰਗਠਿਤ ਕਰਨ ਲਈ ਕੰਮ ਕੀਤਾ। ਤੇ ਉਸ ਬੇਸ ਤੇ ਜੇ ਤੁਸੀਂ ਪਲੱਸ ਸਾਨੂੰ ਪਾਵਰ ਵੀ ਦਿੰਦੇ ਆ ਤਾਂ ਅਸੀਂ ਇੱਕ ਵਾਰੀ ਤੁਹਾਨੂੰ ਵਧੀਆ ਜਿਹੜੀ ਡਿਵੈਲਪਮੈਂਟ ਕਰਕੇ ਦਿਖਾ ਸਕਦੇ ਹਾਂ। ਇਸ ਮੁੱਦੇ ਤੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ। ਫੋਕਸ ਕੱਲਾ ਬਹੁਜਨ ਤੇ ਰਹੇਗਾ ਜਾਂ ਫੋਕਸ ਜਨਰਲ ਤੌਰ ਤੇ ਸਾਰਿਆਂ ਦੇ ਉੱਤੇ ਰਹੇਗਾ? ਕਿਉਂਕਿ ਕਈ ਵਾਰੀ ਕਿਸੇ ਨੂੰ ਉਹ ਘੱਟ ਗਿਣਤੀਆਂ ਦੀ ਪੋਲਿਟਿਕਸ ਸੂਟ ਕਰਦੀ ਹੈ, ਕਿਸੇ ਨੂੰ ਬਹੁ ਗਿਣਤੀਆਂ ਦੀ ਪੋਲਿਟਿਕਸ ਸੂਟ ਕਰਦੀ ਆ, ਕਿਸੇ ਨੂੰ ਦਲਿਤ ਪੋਲਿਟਿਕਸ ਸੂਟ ਕਰਦੀ ਹੈ ਤੇ ਕਿਸੇ ਨੂੰ ਕੋਈ ਪੋਲਿਟਿਕਸ ਸੂਟ ਕਰਦੀ ਆ। ਬਲਵਿੰਦਰ ਹੋਣਾ ਦਾ ਫੋਕਸ ਸਾਰਿਆਂ ਦੇ ਉੱਤੇ ਹੋਏਗਾ ਜਾਂ ਉਹ ਬਹੁਜਨ ਦੀ ਪੋਲਿਟਿਕਸ ਹੀ ਜਿਹੜੀ ਆ ਉਹ ਇਸ ਵੇਲੇ ਕਰਤਾਰਪੁਰ ਦੇ ਵਿੱਚ ਕੀਤੀ ਜਾਏਗੀ? ਦੇਖੋ, ਇੱਕ ਤਾਂ ਇਹ ਆ ਵੀ ਬਹੁਜਨ ਮਤਲਬ ਜਦੋਂ ਬਹੁਜਨ ਸਮਾਜ ਪਾਰਟੀ ਬਣਾਈ ਵੀ ਬਹੁਜਨ ਮਾਰਜਲਾਈਜ਼ ਆ, ਪਰ ਜੇ ਅਸੀਂ ਸੱਤਾ ਚਾਹੁੰਦੇ ਆ ਤਾਂ ਜਿਸ ਤਰ੍ਹਾਂ ਭੈਣ ਜੀ ਨੇ ਕਿਹਾ ਵੀ ਸਰਬਜਨ ਹਿਤਾਏ ਤੇ ਸਰਬਜਨ ਸੁਖਾਏ, ਕਿਉਂਕਿ ਅਸੀਂ ਟੋਟਲ ਵੋਟਰ ਨੂੰ ਅਪੀਲ ਕਰਨੀ ਆ 100%। ਜਦੋਂ ਅਸੀਂ ਵੋਟ 100% ਲੈਣੀ, ਟੈਕਸ 100% ਵੋਟਰ ਦਾ ਲੈਣਾ, ਤੇ ਫਿਰ ਅਸੀਂ ਸਾਡਾ ਡਿਵੈਲਪਮੈਂਟ ਏਜੰਡਾ ਵੀ ਓਵਰਆਲ ਜਿਹੜਾ ਆ ਵੋਟਰ ਦੇ ਪ੍ਰਤੀ ਹੋਏਗਾ। ਤੇ ਇਸ ਕਰਕੇ ਜਿਹੜਾ ਸਾਡਾ ਡਿਵੈਲਪਮੈਂਟ ਦਾ ਏਜੰਡਾ ਉਹ ਸਾਰੇ ਵਰਗਾਂ ਦੇ ਲਈ ਹੈਗਾ। ਪੀੜਤ ਨੂੰ ਤਾਂ ਸੱਤਾ 'ਚ ਲੈ ਕੇ ਆਣਾ, ਪਰ ਜਿਹੜੇ ਆਲਰੇਡੀ ਡਿਵੈਲਪ ਵਰਗ ਹੈਗੇ ਉਹਨਾਂ ਦੇ ਵੀ ਜੋ ਇਸ਼ੂ ਆ, ਜੋ ਕੰਸਰਨ ਆ, ਉਹਨਾਂ ਨੂੰ ਵੀ ਵਿੱਚ ਸਮੇਟਣਾ ਤੇ ਓਵਰਆਲ ਸੁਸਾਇਟੀ ਨੂੰ ਡਿਵੈਲਪਮੈਂਟ ਦੇ ਏਜੰਡੇ ਤੇ ਲੈ ਕੇ ਅੱਗੇ ਵਧਣਾ ਹੈ। ਤੁਹਾਡੇ ਹਲਕੇ ਦੇ ਮੁੱਖ ਮੁੱਦੇ ਕਿਹੜੇ ਆ? ਕਿਉਂਕਿ ਬਹੁਤ ਜ਼ਰੂਰੀ ਹੁੰਦਾ ਕਿ ਜੇ ਤੁਸੀਂ ਕਿਸੇ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਹੋ, ਹੁਣ ਤਾਂ ਤੁਸੀਂ ਕਹਿੰਦੇ ਕਿ ਲਗਾਤਾਰ ਮੈਂ 19 ਦੀਆਂ ਚੋਣਾਂ ਤੋਂ ਬਾਅਦ ਉਸੇ ਹੀ ਹਲਕੇ ਦੇ ਵਿੱਚ ਸਰਗਰਮ ਹੈਗਾ ਆ, ਕਿਹੜੇ ਇਹੋ ਜਿਹੇ ਮੁੱਦੇ ਜਿਹੜੇ ਤੁਹਾਨੂੰ ਲੱਗਦਾ ਕਿ ਮੌਜੂਦਾ ਜਿਹੜਾ ਵਿਧਾਇਕ ਆ ਉਹ ਪੂਰੇ ਨਹੀਂ ਕਰ ਪਾਇਆ, ਤੇ ਜੇ ਤੁਸੀਂ ਐਮਐਲਏ ਬਣਦੇ ਹੋ, ਉੱਥੋਂ ਤੁਸੀਂ ਜਿੱਤਦੇ ਹੋ, ਤੇ ਉਹ ਪਹਿਲ ਦੇ ਆਧਾਰ ਤੇ ਮੁੱਦੇ ਜਿਹੜੇ ਆ ਉਹ ਹੱਲ ਕੀਤੇ ਜਾਣਗੇ? ਦੇਖੋ, ਦੇਖਿਆ ਜਾਵੇ ਤਾਂ ਕੁਝ ਵੀ ਹੈ ਨਹੀਂ ਹਲਕੇ ਦੇ ਵਿੱਚ, ਕਿਉਂਕਿ ਸੜਕਾਂ ਹੈ ਨਹੀਂ, ਔਰ ਤੁਸੀਂ ਸਾਡੇ ਕਰਤਾਰਪੁਰ ਇੱਕੋ ਹੀ ਹਸਪਤਾਲ ਆ, ਔਰ ਉਹਦੇ ਵਿੱਚ ਵੀ ਆਮ ਨਿਊਜ਼ ਆ ਬਈ ਜਿਹੜਾ ਸ਼ਾਮ ਨੂੰ ਤੁਹਾਨੂੰ ਰਾਤ ਨੂੰ ਡਾਕਟਰ ਨਹੀਂ ਮਿਲਣਾ, ਨਰਸ ਉੱਥੇ ਚੈੱਕਅਪ ਕਰਦੇ ਆ, ਦਿਨੇ ਵੀ ਕੋਈ ਪ੍ਰੋਬਲਮ ਹੋਵੇ ਤਾਂ ਜ਼ਿਆਦਾਤਰ ਰੈਫਰ ਕਰਦੇ ਆ ਵੀ ਹੈਲਥ ਦੀਆਂ ਹੈਗੀਆਂ, ਅਨਇੰਪਲੋਇਮੈਂਟ ਆ, ਨਸ਼ਾ ਤਕਰੀਬਨ ਹਰ ਪਿੰਡ ਦੇ ਵਿੱਚ ਫੈਲਿਆ ਆ, ਲਾਅ ਐਂਡ ਆਰਡਰ ਦੀ ਪ੍ਰੋਬਲਮ ਆ, ਐਡਮਿਨਿਸਟ੍ਰੇਸ਼ਨ ਲੋਕਾਂ ਦੀ ਪਹੁੰਚ ਵਿੱਚ ਹੈ ਨਹੀਂ, ਤੇ ਇਸ ਤਰ੍ਹਾਂ ਦੀਆਂ ਸਾਰੀਆਂ ਹੀ ਇਸ਼ੂਜ਼ ਹੈਗੀਆਂ। ਜੇ ਅਸੀਂ ਆਉਂਦੇ ਹਾਂ ਤਾਂ ਸਾਡੀ ਪ੍ਰਾਇਰਟੀ, ਹਾਲਾਂਕਿ ਜਿਹੜਾ ਗਠਬੰਧਨ ਦਾ 13 ਨੁਕਾਤੀ ਪ੍ਰੋਗਰਾਮ ਆ ਉਹਦੇ ਵਿੱਚ ਹਸਪਤਾਲ ਬਣਾਉਣੇ ਆ, ਸਕੂਲ ਬਣਾਉਣੇ ਹੈਗੇ ਆ, ਜਿਹੜੇ ਰੂਰਲ ਬੈਕਗਰਾਊਂਡ ਦੇ ਬੱਚੇ ਹੈਗੇ ਆ ਉਹਨਾਂ ਨੂੰ ਜਿਹੜਾ ਯੂਨੀਵਰਸਿਟੀ ਰਿਜ਼ਰਵੇਸ਼ਨ ਦਾ ਆ, ਤੇ ਓਵਰਆਲ ਡਿਵੈਲਪਮੈਂਟ ਦਾ ਜਿਹੜਾ 13 ਨੁਕਾਤੀ ਪ੍ਰੋਗਰਾਮ ਗਠਬੰਧਨ ਤਾਂ ਹੈਗਾ ਹੀ ਆ, ਪਰ ਹਲਕੇ ਦੇ ਵਿੱਚ ਜੋ ਇੱਕ ਨੁਮਾਇੰਦੇ ਦੇ ਤੌਰ ਤੇ ਸਾਡੀ ਕੋਸ਼ਿਸ਼ ਇਹੀ ਹੋਊਗੀ ਵੀ ਘੱਟੋ ਘੱਟ ਪਹਿਲਾਂ ਉਹ ਕੰਮ ਕਰ ਲਏ ਜਾਣ ਜਿਨ੍ਹਾਂ ਲਈ ਕੋਈ ਇਨਵੈਸਟਮੈਂਟ ਦੀ ਲੋੜ ਨਹੀਂ। ਉਹਦੇ ਵਿੱਚ ਇਹ ਆ ਵੀ ਮੈਂ ਹਲਕੇ ਵਿੱਚ ਕੈਂਪੇਨ ਦੌਰਾਨ ਹਮੇਸ਼ਾ ਇਹ ਗੱਲ ਕਰਦਾ ਵੀ ਮੰਨ ਲਓ ਪ੍ਰਸ਼ਾਸਨ ਆ, ਉਹਦੇ ਲਈ ਕੋਈ ਇਨਵੈਸਟਮੈਂਟ ਦੀ ਲੋੜ ਨਹੀਂ, ਜੇ ਅਸੀਂ ਇਮੀਡੀਏਟ ਆ ਕੇ ਰਿਫਾਰਮ ਕਰਦੇ ਹਾਂ ਤੇ ਲੋਕਾਂ ਦੀ ਪਹੁੰਚ ਵਿੱਚ ਹੋਊਗਾ, ਲੋਕਾਂ ਦੀ ਖੱਜਲਵਾਰੀ ਘਟੂਗੀ ਤੇ ਉਹਨੂੰ ਰਿਲੀਫ ਹੋਊਗਾ। ਸੈਕੰਡ ਇਹ ਆ ਵੀ ਜਿਹੜੀ ਵਿਮਨ ਆ ਉਹਨਾਂ ਦੀ ਇਸ ਤਰ੍ਹਾਂ ਦਾ ਮਾਹੌਲ ਬਣਾਈਏ, ਲਾਅ ਐਂਡ ਆਰਡਰ ਨੂੰ ਠੀਕ ਕਰੀਏ, ਉਹਨਾਂ ਦੀ ਇੰਪਾਵਰਮੈਂਟ ਹੋਊਗੀ, ਉਹ ਫ੍ਰੀਲੀ ਸੁਸਾਇਟੀ 'ਚ ਮੂਵ ਕਰ ਸਕਣਗੀਆਂ। ਨਸ਼ੇ ਤੇ ਅਸੀਂ ਹਲਕੇ 'ਚ ਰੋਕ ਲਾ ਸਕਦੇ ਹਾਂ, ਸਪੋਰਟਸ ਕਲਚਰ ਨੂੰ ਵਧਾਵਾ ਦੇ ਸਕਦੇ ਹਾਂ, ਤੇ ਇਸ ਤਰ੍ਹਾਂ ਦੇ ਜਿਹੜੇ ਕੰਮ ਹੈਗੇ ਆ, ਯੂਥ ਆ ਉਹਨੂੰ ਟ੍ਰੇਨ ਕਰ ਸਕਦੇ ਹਾਂ ਸਕਿੱਲਡ ਵਾਈਜ਼, ਤਾਂ ਕਿ ਉਹ ਆਪਣੀ ਇੰਪਲੋਇਮੈਂਟ ਆਪ ਜਨਰੇਟ ਕਰਨ। ਤੇ ਇਸ ਤਰ੍ਹਾਂ ਦੇ ਜਿਹੜੇ ਕੰਮ ਆ ਹਲਕਾ ਪੱਧਰ ਤੇ ਕਰਾਂਗੇ, ਸਰਕਾਰ ਪੱਧਰ ਤੇ ਸਾਡਾ 13 ਨੁਕਾਤੀ ਪ੍ਰੋਗਰਾਮ ਆਲਰੇਡੀ ਹੈਗਾ ਆ, ਉਹਦੇ ਤੇ ਅਸੀਂ ਕੰਮ ਕਰਾਂਗੇ। ਕੁੱਲ ਮਿਲਾ ਕੇ ਵੀ ਕਹਿ ਸਕਦੇ ਜੋ ਪੂਰੇ ਪੰਜਾਬ ਦੀ ਸਮੱਸਿਆ ਕਰਤਾਰਪੁਰ ਦੇ ਵਿੱਚ ਵੀ ਉਹੀ ਹੈ, ਕੁਝ ਬਹੁਤੇ ਵੱਖਰੇ ਮਾਹੌਲ ਨਹੀਂ ਹੈ, ਕਿਉਂਕਿ ਇਹੀ ਹਸਪਤਾਲਾਂ ਦਾ ਬਾਕੀ ਪੰਜਾਬ ਦੇ ਵਿੱਚ ਵੀ ਹਾਲ ਹੈਗਾ ਆ, ਯੂਥ ਦਾ ਵੀ ਉਹੀ ਹਾਲ ਹੈਗਾ, ਬੇਰੁਜ਼ਗਾਰੀ ਉਸੇ ਤਰੀਕੇ ਨਾਲ ਆ। ਅੱਛਾ, ਇੱਕ ਚੀਜ਼ ਜ਼ਰੂਰ ਇਸ ਵੇਲੇ ਪੰਜਾਬ ਦੇ ਵਿੱਚ ਨਾ ਜਿਹੜੀ ਦਲਿਤ ਪੋਲਿਟਿਕਸ ਆ ਉਹ ਬੜੇ ਸਿਖਰ ਤੇ ਚੜ੍ਹ ਕੇ ਬੋਲਦੀ ਪਈ ਆ। ਜਦੋਂ ਆਮ ਆਦਮੀ ਪਾਰਟੀ ਨਿਕਲਦੀ ਆ ਉਹ ਕਹਿੰਦੀ ਅਸੀਂ ਉਪ ਮੁੱਖ ਮੰਤਰੀ ਆਪਣਾ ਦਲਿਤ ਭਾਈਚਾਰੇ 'ਚੋਂ ਬਣਾਵਾਂਗੇ, ਜਦੋਂ ਅਕਾਲੀ ਦਲ ਆਉਂਦਾ ਮੈਦਾਨ ਦੇ ਵਿੱਚ ਉਹਦੇ ਵੱਲੋਂ ਕਿਹਾ ਜਾਂਦਾ ਕਿ ਸਾਡੇ 2 ਉਪ ਮੁੱਖ ਮੰਤਰੀ ਹੋਣਗੇ, ਇੱਕ ਦਲਿਤ ਭਾਈਚਾਰੇ 'ਚੋਂ ਹੋਏਗਾ, ਐਸਸੀ ਭਾਈਚਾਰੇ 'ਚੋਂ, ਤੇ ਦੂਸਰਾ ਹੋਏਗਾ ਹਿੰਦੂ ਭਾਈਚਾਰੇ ਦੇ ਵਿੱਚੋਂ। ਕਾਂਗਰਸ ਆਉਂਦੀ ਹੈ ਤੇ ਕਾਂਗਰਸ ਕਹਿੰਦੀ ਹੈ ਕਿ ਤੁਸੀਂ ਹਾਲੇ ਕਰਨਾ ਆ ਸੱਤਾ 'ਚ ਆਉਣ ਤੋਂ ਬਾਅਦ, ਆਹ ਦੇਖੋ ਅਸੀਂ ਇੱਕ ਐਸਸੀ ਭਾਈਚਾਰੇ ਦੇ ਵਿੱਚੋਂ ਮੁੱਖ ਮੰਤਰੀ ਬਣਾ ਦਿੱਤਾ ਆ, ਤੁਸੀਂ ਬਾਅਦ 'ਚ ਕਰੋਗੇ, ਅਸੀਂ ਕਰਕੇ ਦਿਖਾ ਦਿੱਤਾ ਹੈ। ਹੁਣ ਉਸ ਸੰਦਰਭ 'ਚ ਜਦੋਂ ਦੇਖਦੇ ਹਾਂ ਤੁਹਾਡਾ ਗੱਠਜੋੜ ਜੇ ਸੱਤਾ 'ਚ ਆਉਂਦਾ ਆ ਤੇ ਬਹੁਜਨ ਸਮਾਜ ਪਾਰਟੀ ਉਹ ਜਿਹੜਾ ਇੱਕ ਐਸਸੀ ਭਾਈਚਾਰੇ 'ਚ ਉਪ ਮੁੱਖ ਮੰਤਰੀ ਬਣਾਉਣ ਵਾਲਾ
ਉਹਦੇ ਤੇ ਦਾਅਵੇਦਾਰੀ ਪੇਸ਼ ਕਰੇਗੀ ਜਾਂ ਮੰਤਰੀ ਮੰਡਲ ਦੇ ਵਿੱਚ ਹੀ ਆਪਣੀ ਦਾਅਵੇਦਾਰੀ ਰੱਖ ਕੇ ਜਿਹੜੀ ਆ ਉਹ ਸੰਤੁਸ਼ਟੀ ਹੋ ਜਾਏਗੀ? ਲੱਗਦਾ ਕਿ ਬਹੁਜਨ ਸਮਾਜ ਪਾਰਟੀ ਨੂੰ ਇਸ ਗੱਠਜੋੜ ਦੇ ਵਿੱਚ ਉਹ ਵਾਲੀ ਸੀਟ ਮਿਲਣੀ ਚਾਹੀਦੀ ਜਿਹੜੀ ਬਹੁਜਨ ਸਮਾਜ ਦੇ ਲਈ ਰੱਖੀ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਨਹੀਂ, ਬਹੁਜਨ ਦੇਖੋ, ਇੱਕ ਤਾਂ ਇਹ ਆ ਵੀ ਜਿਹੜੀ ਬੀਐਸਪੀ ਆ, ਜਿਹੜੀ ਦਲਿਤ ਪੋਲੀਟਿਕਸ ਆ, ਇਹ ਵੀ ਜਿਹੜੀ ਸਥਾਪਤੀ ਪੋਲੀਟਿਕਸ ਆ ਉਹਦਾ ਸ਼ਬਦ ਆ ਵੀ ਉਹਨਾਂ ਨੇ, ਕਿਉਂਕਿ ਜਿਹੜੀ ਬੀਐਸਪੀ ਦੀ ਪੋਲੀਟਿਕਸ ਆ ਉਹ ਇਕੱਲੀ ਦਲਿਤ ਪੋਲੀਟਿਕਸ ਨਹੀਂ ਆ, ਉਹ ਸਮੂਹ ਬੈਕਵਰਡ ਕਲਾਸਿਸ ਦੀ ਪੋਲੀਟਿਕਸ ਆ, ਸਮੂਹ ਮਾਈਨੋਰਿਟੀ ਕਲਾਸਿਸ ਦੀ ਪੋਲੀਟਿਕਸ ਆ। ਇਸ ਕਰਕੇ ਬੀਐਸਪੀ ਇਕੱਲਾ ਦਲਿਤ ਪੁਆਇੰਟ ਆਫ ਵਿਊ ਨਾਲ ਨਹੀਂ ਦੇਖਦੀ, ਬੀਐਸਪੀ ਓਵਰਆਲ ਜਿਹੜੇ ਮਾਰਜਨਲਾਈਜ਼ ਸੈਕਸ਼ਨ ਆ ਉਹਨਾਂ ਦੀ ਓਵਰਆਲ ਇੰਪਾਵਰਮੈਂਟ ਦੇ ਨਜ਼ਰੀਏ ਨਾਲ ਦੇਖਦੀ ਆ। ਤੇ ਇਸ ਕਰਕੇ ਜਿਹੜਾ ਕਾਂਗਰਸ 'ਚ ਸੀਐਮ ਦੀ ਗੱਲ ਕੀਤੀ ਬਈ ਬਣਾਇਆ ਹੁਣ, ਕਿਉਂਕਿ ਉਹ ਸ਼ਡਿਊਲ ਕਾਸਟ ਬੈਕਗਰਾਊਂਡ ਤੋਂ ਆ, ਤੇ ਉਹ ਇਹ ਸਟੇਟਮੈਂਟ ਦੇ ਰਹੇ ਆ ਕਿਉਂਕਿ ਉਹਨਾਂ ਨੂੰ ਬੀਐਸਪੀ ਤੋਂ ਡਰ ਲੱਗਦਾ ਵੀ ਕਿ ਇਹਨਾਂ 'ਚ ਜਿਹੜੇ ਜਿਨ੍ਹਾਂ ਦੇ ਵੋਟਾਂ ਦੇ ਸਿਰ ਤੇ ਅਸੀਂ ਬਿਨਾਂ ਕੁਝ ਦਿੱਤੇ 74 ਸਾਲ ਵੀ ਜਿਨ੍ਹਾਂ ਦੇ ਵੋਟਰ ਤੇ ਰੂਲ ਕੀਤਾ ਵੀ ਉਹ ਸਾਰੇ ਇਨ ਬਲੌਕ ਸਾਰੇ ਜਾ ਰਹੇ ਆ, ਤੇ ਉਹ ਇਹ ਕਹਿ ਰਹੇ ਆ ਵੀ ਤੁਸੀਂ ਮੇਰੇ ਵਿੱਚ ਹੀ ਬਹੁਜਨ ਸਮਾਜ ਦੇਖੋ। ਪਰ ਅਸੀਂ ਦੇਖਦੇ ਹਾਂ ਵੀ ਜਿਹੜਾ ਕਾਂਗਰਸ ਦਾ ਸਟਰਕਚਰ ਆ ਉਹਦੇ ਵਿੱਚ ਇੱਕ ਵਿਅਕਤੀ ਦੀ ਐਡਜਸਟਮੈਂਟ ਹੋਈ ਆ ਤੇ ਉਹ 'ਚ ਬਹੁਜਨ ਸਮਾਜ ਦੀ ਐਡਜਸਟਮੈਂਟ ਨਹੀਂ ਹੋਈ। ਜੇ ਹੋਈ ਹੁੰਦੀ ਤਾਂ 5 ਸਾਲ 'ਚ ਇੱਦਾਂ ਨਹੀਂ ਹੋਣਾ ਵੀ ਉਹਨਾਂ ਨੌਕਰੀਆਂ ਵੀ ਨਾ ਮਿਲਦੀਆਂ, ਉਹਨਾਂ ਦਾ ਇਲਾਜ ਦਾ ਪ੍ਰਬੰਧ ਵੀ ਨਾ ਹੁੰਦਾ, ਉਹ ਪ੍ਰਸ਼ਾਸਨ ਤੋਂ ਵੀ ਦੂਰ ਰਹਿੰਦੇ ਕਿਤੇ। ਤੇ ਇਸ ਕਰਕੇ ਉਹਨਾਂ ਦੇ 5 ਸਾਲਾਂ ਦੇ ਵਿੱਚ ਬਹੁਜਨ ਸਮਾਜ ਦੀ ਐਡਜਸਟਮੈਂਟ ਇੰਪਾਵਰਮੈਂਟ ਨਹੀਂ ਹੋਈ। ਤੇ ਇਸ ਕਰਕੇ ਬੀਐਸਪੀ ਦਾ ਸਾਡਾ ਇਹ ਆ ਵੀ ਜਿਹੜਾ ਵਰਗ ਆ, ਵਰਗ ਦੀ ਨੁਮਾਇੰਦਗੀ ਬੀਐਸਪੀ ਆ, ਤੇ ਜਦੋਂ ਪਾਵਰ 'ਚ ਸ਼ੇਅਰ ਕਰੇਗੀ ਚਾਹੇ ਕੋਈ ਪੋਜੀਸ਼ਨ ਹੋਵੇ, ਉਹ ਓਵਰਆਲ ਹਿੱਸੇਦਾਰੀ ਕਰੇਗੀ ਪੂਰੇ ਸਟੇਟ ਦੇ ਢਾਂਚੇ ਵਿੱਚ ਉੱਤੋਂ ਲੈ ਕੇ ਥੱਲੇ ਤੱਕ, ਤੇ ਉਹਦਾ ਪੂਰੇ ਵਰਗ ਦੀ ਇੰਪਾਵਰਮੈਂਟ ਹੋਏਗੀ ਤੇ ਇਹਦੇ ਵਿੱਚ ਹੀ ਉਹਦਾ ਭਲਾ ਆ। ਕਿਉਂਕਿ ਯੂਪੀ ਦੇ ਵਿੱਚ ਜਦੋਂ ਬੀਐਸਪੀ ਰਾਹੀਂ ਸ਼ਡਿਊਲ ਕਾਸਟ ਬੈਕਵਰਡ ਕਲਾਸ ਇੰਪਾਵਰਡ ਹੋਈਆਂ, ਸੱਤਾ 'ਚ ਆਈਆਂ, ਉਦੋਂ ਸੀਐਮ ਵੀ ਬਣੇ ਆ, ਉਹ ਮਿਨਿਸਟਰ ਵੀ ਬਣੇ ਆ, ਔਰ ਹੁਣ ਤੱਕ ਵੀ ਉਹ ਲਗਾਤਾਰ ਮੈਂਬਰ ਪਾਰਲੀਮੈਂਟ ਐਮਐਲਏ ਬਣ ਰਹੇ ਆ, ਪਿੰਡਾਂ ਦੇ ਪ੍ਰਧਾਨ ਵੀ ਬਣ ਰਹੇ ਆ, ਚੇਅਰਮੈਨ ਵੀ ਬਣ ਰਿਹਾ, ਤੇ ਓਵਰਆਲ ਇੱਕ ਵਰਗ ਦੀ ਸਟੇਟ ਸਟਰਕਚਰ 'ਚ ਹਿੱਸੇਦਾਰੀ ਹੋਈ ਆ। ਤੇ ਕਾਂਗਰਸ ਨੇ ਸਿਰਫ ਇੱਕ ਵਿਅਕਤੀ ਦੀ ਇੱਕ ਫਰਜ਼ੀ ਤੌਰ ਤੇ ਹਿੱਸੇਦਾਰੀ ਕਰਕੇ ਦਿਖਾਈ ਆ, ਉਹ ਵੀ 2 ਮਹੀਨਿਆਂ ਲਈ, ਸਿਰਫ ਇਸ ਕਰਕੇ ਵੀ ਜਿਹੜਾ ਵਰਗ ਉਹਨੂੰ ਫ੍ਰੀਲੀ ਯੂਜ਼ ਕਰਦੇ ਰਹੇ ਆ ਸਿਰਫ ਉਹ ਉਹਨਾਂ ਤੋਂ ਜਾ ਰਿਹਾ। ਤਾਂ ਉਹ ਸਿਰਫ ਪੋਲੀਟਿਕਸ ਆ, ਤੇ ਸਾਡਾ ਜਿੱਦਾਂ ਮਿਸ਼ਨ ਆ ਤੇ ਓਵਰਆਲ ਇੰਪਾਵਰਮੈਂਟ ਦਾ ਏਜੰਡਾ ਹੈ। ਇਹਦਾ ਮਤਲਬ ਫਿਰ ਤੁਸੀਂ ਉਹ ਜਿਹੜਾ ਆਦਮਪੁਰ ਦੇ ਵਿੱਚ ਆਣ ਕੇ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਗੱਲ ਕੀਤੀ ਸੀ ਕਿ ਬਹੁਜਨ ਸਮਾਜ ਪਾਰਟੀ ਦੀ ਕੀ ਲੋੜ ਆ, ਬਹੁਜਨ ਦੀ ਨੁਮਾਇੰਦਗੀ ਕਰਨ ਵਾਲਾ ਤਾਂ ਮੈਂ ਬੈਠਾ ਆ, ਫਿਰ ਉਸ ਬਿਆਨ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ, ਜਿਹੜੇ ਚੰਨੀ ਸਾਹਿਬ ਆ ਉਹ ਆਪਣੇ ਹਲਕੇ ਵਿੱਚ ਵੀ ਤਾਂ ਜਦੋਂ ਐਮਐਲਏ ਰਹੇ ਆ ਤਾਂ ਹੈਡ ਹੀ ਆ, ਇੱਕ ਤਰ੍ਹਾਂ ਸੀਐਮ ਦੀ ਪੋਜੀਸ਼ਨ ਆ। ਤੇ ਉਹਨਾਂ ਦੀਆਂ ਵੀਡੀਓਜ਼ ਦੇਖੋ ਵੀ ਬੱਚੇ ਕਹਿ ਰਹੇ ਆ ਸਾਡੇ ਕੋਲ ਟੀਚਰ ਹੈ ਨਹੀਂ। ਚਰਨਜੀਤ ਸਿੰਘ ਚੰਨੀ ਉਹਨਾਂ ਦੇ ਹਲਕੇ ਦਾ ਇਹ ਬਿਆਨ ਆ, ਔਰ ਉਹ ਕੈਬਨਿਟ ਮਿਨਿਸਟਰ ਵੀ ਰਹੇ ਆ। ਤੇ ਜਦੋਂ ਉਹ ਕੈਬਨਿਟ ਮਿਨਿਸਟਰ ਸੀਗੇ ਤੇ ਉਦੋਂ ਐਮਬੀਐਸ ਦੀ ਜਿਹੜੀ ਫੀਸ ਆ ਉਹ 70 ਤੋਂ 80 ਲੱਖ ਹੋ ਰਹੀ ਆ। ਤੇ ਇਹਦਾ ਮਤਲਬ ਉਹ ਸੇਮ ਸਟਰਕਚਰ ਨੇ ਹੀ ਤਾਂ ਸਾਰੇ ਜਿਹੜੇ ਗਰੀਬ ਬੰਦੇ ਆ, ਚਾਹੇ ਕਿਸਾਨਾਂ 'ਚ ਹੋਵੇ, ਚਾਹੇ ਬੈਕਵਰਡ, ਚਾਹੇ ਸ਼ਡਿਊਲ ਕਾਸਟ, ਉਹ ਬਾਹਰ ਨਿਕਲੇ ਆ। ਔਰ ਕਾਂਗਰਸ ਦਾ ਹੀ ਤਾਂ ਰੂਲ ਰਿਹਾ ਆ। ਜੇ ਇਹਨਾਂ ਨੇ ਓਵਰਆਲ ਉਹਨਾਂ ਨੂੰ ਹਿੱਸੇਦਾਰੀ ਦਿੱਤੀ ਹੁੰਦੀ ਤਾਂ ਬੀਐਸਪੀ ਬਣਨੀ ਨਹੀਂ ਸੀ। ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਵੀ ਬੀਐਸਪੀ ਸੱਤਾ 'ਚ ਵੀ ਹੈ ਨਹੀਂ 25 ਸਾਲਾਂ ਤੋਂ, ਫਿਰ ਵੀ ਸੱਤਾ 'ਚੋਂ ਕਾਂਗਰਸ ਮੇਨਲੀ ਰਹਿੰਦੀ ਹੈਗੀ ਆ, ਔਰ ਫਿਰ ਵੀ 25-25 ਹਜ਼ਾਰ ਵੋਟ ਲਿਜਾਂਦੇ ਆ। ਉਹ ਇਸ ਤੋਂ ਪਤਾ ਲੱਗਦਾ ਬਈ ਅਸੀਂ ਸੱਤਾ 'ਚ ਨਹੀਂ ਆ, ਫਿਰ ਵੀ ਕਿਉਂਕਿ ਉਹ ਕੁਝ ਕਰਦੇ ਹੀ ਨਹੀਂ। ਤੇ ਲੋਕਾਂ ਲੱਗਦਾ ਜਦ ਉਹਨਾਂ ਨੇ ਕੁਝ ਕਰਨਾ ਹੀ ਨਹੀਂ ਤਾਂ ਅਸੀਂ ਆਪਣੀ ਆਲਟਰਨੇਟਿਵ ਪੋਲੀਟਿਕਸ ਆ ਉਹਨੂੰ ਡਿਵੈਲਪ ਕਰੀਏ। ਤੇ ਉਹਨਾਂ ਦੇ ਸਟਰਕਚਰ ਜੇ ਕੋਈ ਹਿੱਸੇਦਾਰੀ ਹੁੰਦੀ ਤਾਂ ਬੀਐਸਪੀ ਦੀ ਰੈਲੇਵੈਂਸ ਨਹੀਂ ਬਣਨੀ ਸੀ। ਬੀਐਸਪੀ ਨੇ ਬਿਨਾਂ ਸਾਧਨਾ ਤੋਂ ਦੇਸ਼ ਦੀ ਤੀਜੀ ਵੱਡੀ ਪਾਰਟੀ ਨਹੀਂ ਬਣਨਾ ਸੀ। ਇਸ ਕਰਕੇ ਉਹ ਸਟਰਕਚਰ ਆਲਰੇਡੀ ਰੱਦ ਹੋ ਚੁੱਕੇ ਆ, ਉਹਨਾਂ ਨੇ ਕੋਈ ਸਪੇਸ ਨਹੀਂ ਦੇਣਾ। ਤੇ ਬੀਐਸਪੀ ਆ ਜਿਹੜੀ ਸਮੂਹ ਬੈਕਵਰਡ ਕਲਾਸਿਸ, ਸਮੂਹ ਮਾਈਨੋਰਿਟੀ ਦੀ ਇੰਪਾਵਰਮੈਂਟ ਵੀ ਕਰਦੀ ਆ, ਔਰ ਉਹਨਾਂ ਦੀ ਸਹੀ ਨੁਮਾਇੰਦਗੀ ਵੀ ਕਰਦੀ ਹੈ। ਚੰਨੀ ਹੋਰਾਂ ਦੀਆਂ ਕਾਰਗੁਜ਼ਾਰੀਆਂ ਨੂੰ ਕਿਵੇਂ ਦੇਖਦੇ ਹੋ? ਇਸ ਵੇਲੇ ਜੋ ਚਰਨਜੀਤ ਸਿੰਘ ਚੰਨੀ ਹੋਰੀ ਕਰ ਰਹੇ ਆ, ਲੋਕਾਂ ਨੂੰ ਅਪੀਲ ਕਰ ਰਹੇ ਆ, ਲੋਕਾਂ 'ਚੋਂ ਇੱਦਾਂ ਦਾ ਸੁਨੇਹਾ ਵੀ ਮਿਲਦਾ ਨਜ਼ਰ ਆ ਰਿਹਾ ਕਿ ਠੀਕ ਹੈ ਭਾਈ, ਰੇਤਾ ਸਸਤੀ ਕਰ ਦਿੱਤੀ, ਪੈਟਰੋਲ ਡੀਜ਼ਲ ਦੇ ਭਾਅ ਜਿਹੜੇ ਉਹ ਘਟਾ ਦਿੱਤੇ ਆ, ਫਿਰ ਬਹੁਤ ਸਾਰੇ ਐਲਾਨ ਹੋਰ ਵੀ ਕੀਤੇ ਕਿ ਲੱਖ ਨੌਕਰੀ ਜਿਹੜੀ ਆ ਅਸੀਂ ਉਹ ਵੀ ਕਰ ਰਹੇ ਆ। ਉਹ ਕਹਿੰਦੇ ਪਿਛਲੀ ਸਰਕਾਰ ਸਾਡੀ ਸੀ ਪਰ ਉਹ ਸਾਂਝ ਭਿਆਲੀ ਦਾ ਕਰਕੇ ਬੜੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਹੋਈਆਂ, ਪਰ ਹੁਣ ਹੋ ਰਿਹਾ। ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰੀ ਵੀ ਟਰਾਂਸਪੋਰਟ ਦੇ ਮਾਮਲੇ 'ਚ ਕੰਮ ਕਰ ਰਿਹਾ। ਕਿਵੇਂ ਦੇਖਦੇ ਹੋ ਤੁਸੀਂ ਇਸ 2 ਮਹੀਨਿਆਂ ਦੀ ਕਾਰਗੁਜ਼ਾਰੀ ਨੂੰ, ਇਸ ਸਰਕਾਰੀ ਨੂੰ? ਜੇ ਆਪਾਂ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਨੂੰ ਛੱਡ ਕੇ ਸਿਰਫ ਇਹਨੂੰ ਦੇਖੋ, ਬਲਵਿੰਦਰ ਦੇ ਮੁਤਾਬਕ ਕੁਝ ਹੋਇਆ ਨਜ਼ਰ ਆ ਰਿਹਾ ਜਾਂ ਇਹ ਹੋਇਆ ਕੁਝ ਨਹੀਂ ਹੈ, ਸਿਰਫ ਚੁਣਾਵੀ ਜੁਮਲੇ ਨਜ਼ਰ ਆ ਰਹੇ? ਦੇਖੋ, ਇੱਕ ਤਾਂ ਇਹ ਆ ਵੀ ਮੈਨੂੰ ਇਹ 'ਚ ਕੋਈ ਸਕਿੱਲ ਨਹੀਂ ਲੱਗਦੀ, ਕਿਉਂਕਿ ਜਦੋਂ ਉਹਨਾਂ ਨੂੰ ਪਤਾ ਵੀ ਅਸੀਂ ਮਹੀਨੇ ਬਾਅਦ ਇਲੈਕਸ਼ਨ 'ਚ ਜਾ ਰਹੇ ਹਾਂ ਤੇ ਫ੍ਰੀ ਕਰਨਾ ਸਭ ਕੁਝ,
ਫ੍ਰੀ ਕੋਈ ਅਨਾਉਂਸਮੈਂਟ ਹੀ ਕਰਨੀ ਆ, ਉਹ ਤਾਂ ਕੋਈ ਵੀ ਕਰ ਸਕਦਾ ਹੈਗਾ, ਕੋਈ ਬੰਦਾ ਵੀ ਆ ਕੇ। ਔਰ ਤੁਸੀਂ ਕੋਈ ਵੀ ਸਰਕਾਰ ਦੇਖ ਲਓ, ਜਦੋਂ 1 ਮਹੀਨਾ ਪਹਿਲਾਂ ਰਹਿੰਦੀਆਂ ਆ ਤੇ ਉਹ ਕੋਈ ਹਰ ਬੰਦਾ ਹੀ ਅਨਾਉਂਸਮੈਂਟਸ ਕਰਦੇ, ਪਰ ਉਹਨਾਂ ਦੀ ਪਰਖ ਇੱਥੋਂ ਹੋਣੀ ਸੀ ਵੀ ਉਹ ਇੰਸਟੀਚਿਊਸ਼ਨ ਕਿੰਨੇ ਖੜੇ ਕੀਤੇ। ਮੈਂ ਹਮੇਸ਼ਾ ਇਹ ਅਕਸਰ ਗੱਲ ਕਰਦਾ ਹੁੰਦਾ ਵੀ ਸਰਕਾਰ ਦਾ ਕੋਈ ਡਿਵੈਲਪਮੈਂਟ ਕਰ ਰਹੇ ਕਿ ਨਹੀਂ ਕਰ ਰਹੇ, ਉਸ ਤੋਂ ਉਹਦੀ ਜਿਹੜੀ ਪੈਰਾਮੀਟਰ ਆ ਉਹ ਕਿੱਥੋਂ ਮੈਯਰ ਹੋਣਾ ਵੀ ਉਹਨੇ ਇੰਸਟੀਚਿਊਸ਼ਨ ਕਿੰਨੇ ਖੜੇ ਕੀਤੇ। ਤੇ ਇੰਸਟੀਚਿਊਸ਼ਨ ਇੱਕ ਤਾਂ ਖੜੇ ਕਰਨ ਲਈ ਉਹਨਾਂ ਕੋਲ ਸਮਾਂ ਹੀ ਹੈ ਨਹੀਂ ਵੀ ਕੋਈ ਹਸਪਤਾਲ ਨਹੀਂ ਬਣਿਆ, ਕੋਈ ਕਾਲਜ ਨਹੀਂ ਬਣਿਆ, ਕੋਈ ਇੰਪਲੋਇਮੈਂਟ ਜਨਰੇਟਰ, ਕੋਈ ਇੰਡਸਟਰੀ ਨਹੀਂ ਬਣੀ, ਤੇ ਇਸ ਕਰਕੇ ਇੰਸਟੀਚਿਊਸ਼ਨ ਖੜੇ ਕਰਨ 'ਚ ਉਹ ਫੇਲ ਹੋਏ ਆ। ਬਾਕੀ ਜਿਹੜੀਆਂ ਅਨਾਉਂਸਮੈਂਟਸ ਵੀ ਕਰ ਰਹੇ ਆ, ਉਹਨਾਂ ਦੀ ਇੱਕ ਅਨਾਉਂਸਮੈਂਟ ਦਾ ਮੈਂ ਤੁਹਾਨੂੰ ਨੈਗੇਟਿਵ ਇੰਪੈਕਟ ਦੱਸਦਾ ਆ। ਉਹਨਾਂ ਨੇ ਕਹਿ ਦਿੱਤਾ ਵੀ ਪਾਣੀ ਦੀਆਂ ਜਿਹੜੀਆਂ ਟੈਂਕੀਆਂ ਆ ਵੀ ਇਹਨਾਂ ਦੇ ਬਿੱਲ ਨਹੀਂ ਲੋੜ, ਵੀ ਬਿੱਲ ਨਾ ਦਿਓ। ਹੁਣ ਪਿੰਡਾਂ ਵਾਲਿਆਂ ਨੇ ਬਿੱਲ ਦੇਣੇ ਬੰਦ ਕਰ ਦਿੱਤੇ, ਤੇ ਬਿਜਲੀ ਡਿਪਾਰਟਮੈਂਟ ਇਹ ਕਹਿ ਰਿਹਾ ਆ ਵੀ ਸਾਡੇ ਕੋਲ ਤਾਂ ਨੋਟੀਫਿਕੇਸ਼ਨ ਹੀ ਨਹੀਂ ਆਈ ਸਰਕਾਰ ਦੀ। ਹੁਣ ਉਹਨਾਂ ਕੀ ਹੋ ਰਿਹਾ, ਜਦੋਂ ਸਰਪੰਚਾਂ ਕੋਲ ਕਲੈਕਸ਼ਨ ਨਹੀਂ ਹੋ ਰਹੀ, ਜਿਹੜੇ 50 ਜਾਂ 100 ਰੁਪਏ ਪਰ ਮੰਨ ਲਓ ਹੋਮ ਲਾਉਂਦੇ ਆ ਉਹ, ਤੇ ਉਹਦੇ ਨਾਲ ਕੀ ਆ ਵੀ ਜਿਹੜਾ ਉਹਨਾਂ ਨੇ ਉੱਥੇ ਰੱਖੇ ਸੀ ਸਿਕਿਉਰਿਟੀ ਲਈ ਜਾਂ ਬਿੱਲ ਕਲੈਕਸ਼ਨ ਲਈ, ਉਹਨਾਂ ਦੀ ਜਿਹੜੀ ਤਨਖਾਹ ਰੁਕ ਗਈ। ਸੈਕੰਡ ਇਹ ਆ ਵੀ ਬਿਜਲੀ ਬੋਰਡ ਨੇ ਜਿਹੜੇ ਉਹ ਟੈਂਕੀਆਂ ਦੇ ਬਿੱਲ ਆ ਹੁਣ ਤਾਂ ਨਹੀਂ ਲੈਣੇ, ਕਿਉਂਕਿ ਹੁਣ ਸਰਕਾਰ ਦਾ ਪ੍ਰੈਸ਼ਰ ਆ ਵੀ ਇਲੈਕਸ਼ਨ ਹੈਗਾ, ਤੇ ਉਹ 12-12 14-14 ਲੱਖ ਹਰ ਪਿੰਡ ਦਾ ਬਣ ਜਾਣਾ, ਤੇ ਬਾਅਦ 'ਚ ਪਿੰਡਾਂ ਵਾਲਿਆਂ ਨੂੰ ਦੇਣ ਲਈ ਕਹਿਣਾ, ਉਹਨਾਂ ਕੋਲ ਦੇ ਨਹੀਂ ਹੋਣਾ, ਤੇ ਬਿਜਲੀ ਵਾਲਿਆਂ ਨੇ ਕਨੈਕਸ਼ਨ ਕੱਟ ਜਾਣੇ, ਜਿੱਦਾਂ ਪਹਿਲਾਂ ਵੀ ਸਾਡੇ ਕਈ ਪਿੰਡਾਂ ਵਿੱਚ ਹੋਇਆ, ਤੇ ਲੋਕਾਂ ਨੇ ਪਾਣੀ ਤੋਂ ਵੀ ਜਾਂਦਾ ਲੱਗਣਾ। ਤੇ ਇਸ ਕਰਕੇ ਜਿਹੜੀਆਂ ਅਨਾਉਂਸ ਔਰ ਬਿਜਲੀ ਦੇ ਤੁਸੀਂ ਰੇਟਸ ਦੀਆਂ ਜਿਹੜੇ ਯੂਨਿਟ ਕਢਾਏ ਉਹਨੀ ਦੀਵਾਲੀ ਦੇ ਵਿੱਚ, ਇੱਕ ਤਾਂ ਸਾਡੇ ਅਸੀਂ ਸ਼ਹਿਰ ਦੇ ਜਿੰਨੇ ਬਿੱਲ ਦੇਖੇ ਉਹਨਾਂ ਦੇ ਸੇਮ ਡੇ ਆ ਗਏ ਸੀ ਪਹਿਲਾਂ ਹੀ ਪੁਰਾਣੀਆਂ ਯੂਨਿਟਾਂ ਵਿੱਚ। ਹੁਣ ਪਿੰਡਾਂ 'ਚ ਆ ਰਹੇ ਆ ਤੇ ਉਹ ਪੁਰਾਣੀਆਂ ਯੂਨਿਟਸ ਲੱਗ ਕੇ ਹੀ ਆ ਰਹੇ ਆ, ਤੇ ਇਸ ਕਰਕੇ ਉਹ ਇੰਸਟੀਚਿਊਸ਼ਨ ਖੜੇ ਕਰਨ ਵਿੱਚ ਤਾਂ ਐਜ਼ ਏ ਕਾਂਗਰਸ ਸਰਕਾਰ ਫੇਲ ਹੋਈ ਆ। ਪਰ ਜਿਹੜੇ ਅਨਾਉਂਸਮੈਂਟਸ ਵੀ ਕਾਏ ਆ ਉਹਨਾਂ ਦੀ ਨੋਟੀਫਿਕੇਸ਼ਨ ਨਹੀਂ ਹੋ ਰਹੀ, ਜੇ ਹੋਈ ਆ ਤੇ ਉਹ ਥੱਲੇ ਇੰਪਲੀਮੈਂਟ ਨਹੀਂ ਹੋ ਰਹੀ। ਰੇਤਾਂ ਦੀਆਂ ਖਬਰਾਂ ਵੀ ਆਪਾਂ ਪੜ੍ਹ ਰਹੇ ਆ, ਉਹ ਕੁਝ ਸਰਕਾਰ ਰੇਟ ਕੁਝ ਦੱਸ ਰਹੀ ਆ, ਪਰ ਜ਼ਮੀਨ ਤੇ ਉਸੇ ਭਾਅ ਰੇਤਾ ਜਿਹੜੀ ਮਿਲ ਰਹੀ ਆ। ਤੇ ਇਸ ਕਰਕੇ ਉਹ ਇੱਕ ਆਪਣੀ ਪ੍ਰੈਸਟੀਜ ਜਾਂ ਸਰਕਾਰ ਬਚਾਉਣ ਦਾ ਇਸ਼ੂ ਆ, ਲੋਕ ਹਿੱਤ ਦਾ ਕੋਈ ਇਸ਼ੂ ਨਹੀਂ ਆ, ਔਰ ਇਹਦੇ ਵਿੱਚ ਵੀ ਫੇਲ ਹੀ ਆ ਉਹ ਸਾਰੇ। ਫੇਲ ਆ। ਅੱਛਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿਹੜਾ ਉਹ ਐਲਾਨ ਕਰ ਦਿੱਤਾ ਕਿ 3 ਖੇਤੀਬਾੜੀ ਕਾਨੂੰਨ ਅਸੀਂ ਵਾਪਸ ਲੈ ਰਹੇ ਹਾਂ। ਜਦੋਂ ਸਰਦ ਰੁੱਤ ਦਾ ਇਜਲਾਸ ਚੱਲੇਗਾ ਤੇ ਉਹਦੇ ਵਿੱਚ ਸੰਵਿਧਾਨਕ ਮੱਦ ਵੀ ਇਹਦੀ ਪੂਰੀ ਕਰ ਦਿੱਤੀ ਜਾਏਗੀ। MSP ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਉਹ ਕਹਿੰਦੇ ਕਮੇਟੀ ਬਣਾ ਦੇਣੀ ਆ। ਹੁਣ ਉਹਦੇ ਤੋਂ ਬਾਅਦ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕੁਝ ਬਦਲਾਅ ਆਉਣਗੇ। ਪਹਿਲਾਂ ਕੀ ਲੱਗਦਾ ਸੀਗਾ ਕਿ ਮੁਕਾਬਲਾ ਬਹੁਜਨ ਸਮਾਜ ਪਾਰਟੀ, ਅਕਾਲੀ ਦਲ ਗੱਠਜੋੜ, ਆਮ ਆਦਮੀ ਪਾਰਟੀ ਤੇ ਕਾਂਗਰਸ, ਇਹ 3 ਧਿਰੀ ਮੁਕਾਬਲਾ ਜਿਹੜਾ ਲੱਗਦਾ ਸੀਗਾ। ਹੁਣ ਉਹਦੇ ਤੋਂ ਬਾਅਦ ਸਥਿਤੀਆਂ ਕੁਝ ਬਦਲਣਗੀਆਂ ਵੀ, ਭਾਰਤੀ ਜਨਤਾ ਪਾਰਟੀ ਵੀ ਆਪਣਾ ਦਮਖਮ ਪੂਰਾ ਲਾਏਗੀ। ਹੁਣ ਲੱਗਦਾ ਕਿ ਰਾਹ ਥੋੜਾ ਹੋਰ ਔਖਾ ਹੋ ਜਾਏਗਾ ਇਸ ਸਭ ਤੋਂ ਬਾਅਦ, ਜਾਂ ਇਹ ਲੱਗਦਾ ਕਿ ਜੇ ਭਾਰਤੀ ਜਨਤਾ ਪਾਰਟੀ ਕੁਝ ਮਜ਼ਬੂਤ ਹੁੰਦੀ ਹੈ ਤੇ ਉਹਦਾ ਨੁਕਸਾਨ ਕਾਂਗਰਸ ਨੂੰ ਹੋਏਗਾ, ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦੇ ਗੱਠਜੋੜ ਨਹੀਂ ਹੋਏਗਾ? ਕਿਵੇਂ ਦੇਖਦੇ ਹੋ ਇਹਦੇ ਨਾਲ? ਕੀ ਸਿਆਸੀ ਰਣਨੀਤੀਆਂ ਤੇ ਭਵਿੱਖ ਜਿਹੜਾ ਪੰਜਾਬ ਦਾ ਉਹਦੇ ਵਿੱਚ ਵੀ ਬਦਲਾਅ ਆਏਗਾ, ਜਾਂ ਇਹਦੇ ਨਾਲ ਕੋਈ ਬਹੁਤਾ ਫਰਕ ਪੈਣ ਵਾਲਾ ਨਹੀਂ ਹੈ? ਦੇਖੋ, ਇੱਕ ਤਾਂ ਗਠਬੰਧਨ ਦੇ ਨਜ਼ਰੀਏ ਤੋਂ ਸਾਨੂੰ ਇਹ ਲੱਗਦਾ ਵੀ ਜਿਹੜਾ ਐਡਵਾਂਟੇਜ ਵਿੱਚ ਗਠਬੰਧਨ ਰਹੇਗਾ, ਕਿਉਂਕਿ ਕਿਸੇ ਵੀ ਇੱਕ ਤਾਂ ਆਮ ਆਦਮੀ ਪਾਰਟੀ ਦਾ ਕਿਸੇ ਪਿੰਡਾਂ 'ਚ ਕੇਡਰ ਹੈ ਨਹੀਂ। ਜਦੋਂ ਕੋਈ BJP ਦਾ ਜਾਂ ਕੈਪਟਨ ਅਮਰਿੰਦਰ ਸਿੰਘ ਪਾਰਟੀ ਜਿਸ ਤਰ੍ਹਾਂ ਬਣਾ ਰਹੇ ਆ, ਜਦੋਂ ਉਹਦਾ ਰੌਲਾ ਬਣੇਗਾ ਤੇ ਜਿਹੜਾ ਮੀਡੀਆ ਦਾ ਸਪੇਸ ਆ ਉਹ ਆਮ ਆਦਮੀ ਪਾਰਟੀ ਦਾ ਘਟ ਜਾਏਗਾ। ਜਦੋਂ ਉਹਦਾ ਮੀਡੀਆ 'ਚ ਸਪੇਸ ਜਾਂਦਾ ਲੱਗਾ, ਕਿਉਂਕਿ ਚੰਨੀ ਹੁਣ ਆ ਰਹੇ, ਉਹਨਾਂ ਨੂੰ ਵੀ ਮੀਡੀਆ ਸਪੇਸ ਬਹੁਤ ਦੇ ਰਿਹਾ। ਤੁਸੀਂ ਦੇਖੋ ਜਿੱਦਾਂ ਜਿੱਦਾਂ ਆਮ ਆਦਮੀ ਪਾਰਟੀ ਦਾ ਮੀਡੀਆ ਸਪੇਸ ਘਟ ਰਿਹਾ ਆ, ਪਿੰਡਾਂ ਦੇ ਵਿੱਚ ਉਹਨਾਂ ਦਾ ਜਿਹੜਾ ਬੇਸ ਆ ਉਹ ਡਾਊਨ ਜਾ ਰਿਹਾ ਆ। ਔਰ ਦੂਜੀ ਗੱਲ ਇਹ ਆ ਵੀ ਜੇ ਕੈਪਟਨ ਪਾਰਟੀ ਬਣਾ ਰਹੇ ਆ ਤੇ ਪਲੱਸ ਉਹ BJP ਨਾਲ ਅਲਾਇੰਸ ਕਰਦੇ ਆ, ਤਾਂ ਇੱਕ ਅਲਟਰਨੇਟਿਵ ਸਟਰੋਂਗ ਦੀ ਉਹ ਆਪਸ਼ਨ ਦਿੰਦੇ ਆ ਲੋਕਾਂ ਨੂੰ, ਤੇ ਉਹਦੇ ਨਾਲ ਜਿਹੜੇ ਕਾਂਗਰਸ ਦੀ ਵੋਟ ਟੁੱਟਣੀ ਆ। ਤੇ ਤੀਜੀ ਗੱਲ ਇਹ ਆ ਵੀ ਜਿਹੜੀ BJP ਜਾਂ ਕੈਪਟਨ ਆ, ਜੇ ਉਹਨਾਂ ਦੀ ਵੀ ਆਪਾਂ ਗੱਲ ਕਰੀਏ ਤਾਂ BJP ਦਾ ਪਿੰਡਾਂ 'ਚ ਬੇਸ ਨਹੀਂ ਆ। ਕੈਪਟਨ ਹੁਣੀ ਅਜੇ ਤੁਰਨਾ ਆ, ਸਿਆਲਾਂ ਦੇ ਦਿਨ ਆ ਜਾਣੇ ਆ, ਤੇ ਉਹਨਾਂ ਕੋਲ ਇੰਨਾ ਸਮਾਂ ਨਹੀਂ ਬਚਣਾ ਵੀ ਉਹ ਪਿੰਡ ਦਾ ਪਿੰਡ ਜਾ ਕੇ ਬਸਪਾ ਦੇ ਅਕਾਲੀ ਦਲ ਦੀ ਤਰ੍ਹਾਂ ਮਜ਼ਬੂਤ ਕੇਡਰ ਖੜਾ ਕਰ ਸਕੇ। ਜਿਹੜੇ ਮੇਨ ਸਟ੍ਰੀਮ ਮੀਡੀਆ ਦਾ ਇੱਕ ਸੈਕਸ਼ਨ ਆ, ਜਿੱਥੇ ਹੋ ਸਕਦਾ ਵੀ ਗੱਠਜੋੜ ਬਾਰੇ ਨੈਗੇਟਿਵਿਟੀ ਗੱਲ ਹੋਵੇ, ਪਰ ਜਿਹੜੀ ਜਦੋਂ ਤੁਸੀਂ ਪਿੰਡਾਂ ਵਿੱਚ ਜਾਓਗੇ, ਤੁਸੀਂ ਹਲਕਿਆਂ ਵਿੱਚ ਜਾਓਗੇ, ਤੇ ਤੁਹਾਨੂੰ ਪਤਾ ਲੱਗਣਾ ਵੀ ਬਸਪਾ ਔਰ ਅਕਾਲੀ ਦਲ ਦਾ ਕੇਡਰ ਬਹੁਤ ਮਜ਼ਬੂਤ ਆ, ਤੇ ਉਹੀ ਵਿਨਿੰਗ ਦੀ ਪੋਜੀਸ਼ਨ 'ਚ ਆ। ਜਿੰਨੀ ਸਾਡੀ ਵੋਟ ਆਪੋਜੀਸ਼ਨ 'ਚ ਹੈਗੀ ਆ ਸਾਡੇ ਦਾਇਰੇ ਤੋਂ ਬਾਅਦ, ਉਹ ਆਮ ਆਦਮੀ ਪਾਰਟੀ, ਕਾਂਗਰਸ ਤੇ ਕੈਪਟਨ ਦੀ ਪਾਰਟੀ 'ਚ ਵੰਡੀ ਜਾਣੀ ਆ, ਤੇ ਉਹਦਾ ਫਾਇਦਾ ਜਿਹੜਾ ਗੱਠਜੋੜ ਨੂੰ ਹੋਏਗਾ, ਔਰ ਸਾਡਾ ਸਰਕਾਰ ਬਣਾਉਣ ਦਾ ਜਿਹੜਾ ਰਾਹ ਪੱਧਰਾ ਹੋਣਾ ਸੂਬੇ ਦੇ ਵਿੱਚ। ਅੱਛਾ, ਇੱਕ ਥੋੜਾ ਜਿਹਾ ਹਟ ਕੇ ਜਿਹਾ ਸਵਾਲ ਆ। ਕੁਝ ਕਨਸੂਆਂ ਜਿਹੜੀਆਂ ਸਾਡੇ ਤੱਕ ਪਹੁੰਚੀਆਂ, ਮੈਨੂੰ ਲੱਗਦਾ ਕਿ ਉਹ ਵੀ ਤੌਖਲਾ ਜਿਹੜਾ ਆ ਉਹ ਦੂਰ ਕਰ ਲੈਣਾ ਚਾਹੀਦਾ
ਚਰਚਾ ਚੱਲੀ ਸੀ ਕਿਤੇ ਬਲਵਿੰਦਰ ਕੁਮਾਰ ਹੋਰਾਂ ਨੇ ਪਾਰਟੀ ਨੂੰ ਥੋੜੀ ਜਿਹੀ ਹੁੱਜ ਮਾਰੀ ਸੀਗੀ ਬਸਪਾ ਨੂੰ ਕਿ ਭਾਈ ਕਰਤਾਰਪੁਰ ਵਾਲੀ ਸੀਟ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੇ ਵਾਲੇ ਪਾਸੇ ਲੈ ਆਓ, ਵਰਨਾ ਜਿੱਦਾਂ ਪਹਿਲਾਂ 3 ਜਣੇ ਜਿਹੜੇ ਆ ਉਹ ਬਸਪਾ ਨੂੰ ਛੱਡ ਕੇ ਤੇ ਅਕਾਲੀ ਦਲ ਚ ਗਏ ਆ ਤੇ ਮੇਰੀਆਂ ਵੀ ਸੰਭਾਵਨਾਵਾਂ ਬਣਦੀਆਂ ਪਈਆਂ, ਰਾਹ ਮੇਰੇ ਲਈ ਵੀ ਖੁੱਲਾ ਤੇ ਫਿਰ ਮੈਂ ਉਧਰਲੇ ਪਾਸੇ ਚੱਲ ਜਾਣਾ। ਇਹ ਕਿੰਨਾ ਕੁ ਸੱਚ ਹੈ? ਦੇਖੋ ਇਹ ਤਾਂ ਦੇਖੋ ਇਹ ਵੀ ਆਪੋਜੀਸ਼ਨ ਪਾਰਟੀਆਂ ਦੀ ਕ੍ਰੀਏਸ਼ਨ ਆ। ਮੈਂ 2012 ਦੇ ਵਿੱਚ ਜਦੋਂ ਹਿੰਦੁਸਤਾਨ ਟਾਈਮਸ 'ਚ ਪੱਤਰਕਾਰ ਸੀਗਾ ਤੇ ਉਦੋਂ ਕਿਉਂਕਿ ਬਸਪਾ ਦੇ ਸਪੋਰਟਰ ਰਹੇ ਆ, ਬਹੁਜਨ ਵਿਚਾਰਧਾਰਾ ਦੇ ਸਮਰਥਕ ਰਹੇ ਆ, ਤੇ ਉਦੋਂ ਮੈਨੂੰ ਪਾਰਟੀ ਨੇ ਕਿਹਾ ਵੀ ਮੀਡੀਆ ਸਟਾਰਟ ਕਰਨਾ, ਤੇ ਮੈਂ ਉਦੋਂ ਨੌਕਰੀ ਛੱਡ ਕੇ ਆ ਗਿਆ। ਉਦੋਂ ਮੇਰੀ ਕੋਈ ਮੈਨੂੰ ਇਹ ਥੋੜੀ ਪਤਾ ਸੀ ਮੈਨੂੰ ਟਿਕਟ ਮਿਲਣੀ ਕਿ ਨਹੀਂ ਮਿਲਣੀ। 2019 ਦੇ ਵਿੱਚ ਜਿਹੜਾ ਆ ਫਿਰ ਮੈਨੂੰ ਨੌਕਰੀ ਮਿਲੀ ਜਦੋਂ, ਉਦੋਂ ਮੈਂ ਕਿਹਾ ਵੀ ਬਸਪਾ ਦਾ ਜੇ ਅਹੁਦਾ ਲੈ ਲਿਆ ਤੇ ਹੁਣ ਇਹਨੂੰ ਨਹੀਂ ਛੱਡਣਾ, ਨੌਕਰੀ ਛੱਡ ਦੇਣੀ ਹੈਗੀ ਆ। ਤੇ ਉਦੋਂ ਵੀ ਕਮਿਟਮੈਂਟ ਰਹੀ ਆ। 19 ਦੇ ਵਿੱਚ ਪਾਰਟੀ ਨੇ ਟਿਕਟ ਦਿੱਤੀ ਹੈਗੀ ਆ, ਤੇ ਉਸ ਤੋਂ ਬਾਅਦ ਬੜੇ ਆਫਰ ਸੀਗੇ, ਹਰ ਪਾਰਟੀ ਅਪਰੋਚ ਕਰਦੀ ਰਹੀ, ਪਰ ਅਸੀਂ ਨਹੀਂ ਗਏ। ਤੇ ਔਰ ਉਦੋਂ ਮੈਨੂੰ ਥੋੜੀ ਪਤਾ ਸੀ ਵੀ ਗੱਠਜੋੜ ਹੋਣਾ। ਤੇ ਇਸ ਕਰਕੇ ਜਦੋਂ ਪਾਰਟੀ ਨੂੰ 10 ਸਾਲ ਤਕਰੀਬਨ ਮੈਨੂੰ ਫੁੱਲ ਟਾਈਮਰ ਵਰਕ ਕਰਦੇ ਨੂੰ ਹੋ ਗਏ, ਜਦੋਂ ਪਾਰਟੀ ਨੂੰ ਲੱਗਾ ਵੀ ਇਹ ਸਾਡਾ ਡੈਡੀਕੇਟਡ ਵਰਕਰ ਹੈ, ਰਿਲਾਇਬਲ ਹੈਗਾ, ਤੇ ਪਾਰਟੀ ਨੇ ਲੀਡਰਸ਼ਿਪ ਹਰ ਬੰਦੇ ਨੂੰ ਦੇਖਦੀ ਆ। ਜਿੱਥੇ ਉਹਨਾਂ ਨੂੰ ਜ਼ਿਆਦਾ ਕਮਿਟਮੈਂਟ ਲੱਗਦੀ ਆ ਉੱਥੇ ਫਿਰ ਉਹਨਾਂ ਨੂੰ ਪਤਾ ਵੀ ਜੇ ਅਸੀਂ ਆਪਣੇ ਵਰਕਰ ਨੂੰ ਸਥਾਪਿਤ ਕਰਾਂਗੇ ਤਾਂ ਅਸੀਂ ਫਿਰ ਅੱਗੇ ਪਾਰਟੀ ਨੂੰ ਵੀ ਚਲਾਉਣਾ ਆ। ਤੇ ਇਸ ਕਰਕੇ ਅਸੀਂ ਪਹਿਲਾਂ ਵੀ ਪਰਸਨਲੀ ਮੈਂ ਪਾਰਟੀ ਨੂੰ ਪਹਿਲਾਂ ਵੀ ਕਮਿਟਡ ਆ, ਔਰ ਪਾਰਟੀ ਨੇ ਜਿੱਥੇ ਲਾਇਆ ਉੱਥੇ ਹੀ ਲੱਗੇ ਅਸੀਂ, ਕੋਈ ਆਪਣੀ ਸ਼ਰਤ ਨਹੀਂ ਰਹੀ ਸੀ। ਨਹੀਂ ਤਾਂ ਆਦਮਪੁਰ ਤੋਂ ਮੈਂ 10,000 ਲੀਡ ਨਾਲ ਜਿੱਤਿਆ ਸੀ, ਤੇ 14 ਤੋਂ ਬਾਅਦ 19 ਤੋਂ ਬਾਅਦ ਮੈਂ ਕਹਿ ਸਕਦਾ ਸੀ ਵੀ ਮੈਂ ਆਦਮਪੁਰ ਤਿਆਰੀ ਕਰਾਂ। ਪਾਰਟੀ ਨੇ ਮੈਨੂੰ ਕਿਹਾ ਵੀ ਤੁਸੀਂ ਕਰਤਾਰਪੁਰ ਹੀ ਤਿਆਰੀ ਕਰਨੀ ਆ। ਕਰਤਾਰਪੁਰ ਹਾਲਾਂਕਿ ਕਾਂਗਰਸ ਤੇ ਅਸੀਂ 7,000 ਪਿੱਛੇ ਸੀਗੇ, ਪਰ ਫਿਰ ਵੀ ਕਰਤਾਰਪੁਰ ਨੂੰ ਚੂਜ਼ ਕੀਤਾ। ਤੇ ਇਸ ਕਰਕੇ ਪਾਰਟੀ ਨੇ ਜਿੱਥੇ ਲਾਇਆ ਉੱਥੇ ਰਹੇ ਹਾਂ। ਜੇ ਗਠਬੰਧਨ ਹੋ ਗਿਆ ਤਾਂ ਵੀ ਠੀਕ ਆ, ਜੇ ਨਹੀਂ ਹੁੰਦਾ ਤੇ ਤਾਂ ਵੀ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਸੀ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਇੱਕ ਬਈ ਲੋਕਾਂ ਦੇ ਮਨ ਦੇ ਵਿੱਚ ਇੱਕ ਐਵੇਂ ਸ਼ੰਕੇ ਖੜੇ ਕਰਨ ਦਾ ਆ, ਇਹਦੀ ਗਰਾਊਂਡ ਰਿਐਲਿਟੀ ਨਹੀਂ ਹੈਗੀ। ਪਾਰਟੀ ਨੇ ਕਰਤਾਰਪੁਰ ਇਸ ਕਰਕੇ ਲਿਆ ਕਿਉਂਕਿ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਹੈਗੇ ਆ, ਤੇ ਇਸ ਕਰਕੇ ਮੌਕਾ ਦਿੱਤਾ ਆ, ਹੋਰ ਕੁਛ ਨਹੀਂ। ਪਾਰਟੀ ਟਿਕਟ ਨਾ ਵੀ ਦਵੇ ਤਾਂ ਵੀ ਵਫਾਦਾਰ ਰਹਿਣਾ। ਜਿੱਦਣ ਆਏ ਸੀ ਉਦਣ ਵੀ ਕੋਈ ਟਿਕਟ ਦੀ ਆਪਸ਼ਨ ਨਹੀਂ ਸੀ, ਤੇ ਫਿਊਚਰ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਡਿਮਾਂਡ ਨਹੀਂ ਹੈ। ਤੁਸੀਂ ਕਮਿਟਡ ਸਿਪਾਹੀ ਹੋ ਬਸਪਾ ਦੇ, ਤੁਹਾਨੂੰ ਕੀ ਲੱਗਦਾ ਹੈ ਕਿ ਪਵਨ ਟੀਨੂ, ਖਹਿਰਾ ਹੋਰੀ ਜਾਂ ਸੁੱਖੀ ਹੋਰੀ ਉਹ ਕਮਿਟਡ ਨਹੀਂ ਸੀਗੇ ਬਸਪਾ ਦੇ ਨਾਲ? ਦੇਖੋ ਮੈਂ ਤਾਂ ਸਿਰਫ ਆਪਣੀ ਗੱਲ ਰੱਖਾਂਗਾ ਵੀ ਅਸੀਂ, ਕਿਉਂਕਿ ਅਸੀਂ ਸਮਰਪਣ ਭਾਵਨਾ ਨਾਲ ਲੱਗੇ ਹੈਗੇ ਆ। ਹਰ ਵਿਅਕਤੀ ਦਾ ਆਪਣੀ ਸੋਚ ਹੈਗੀ ਆ, ਅਸੀਂ ਕਿਸੇ ਬਾਰੇ ਕੁਝ ਨਹੀਂ ਕਹਿ ਸਕਦੇ। ਪਰ ਸਾਨੂੰ ਇਹ ਆ ਵੀ ਅਸੀਂ ਜੇ ਲੋਕਾਂ ਦਾ, ਕਿਉਂਕਿ ਮੈਂ 2 ਲੱਖ ਵੋਟ ਲਈ ਆ, ਔਰ ਇਹਦੇ ਵਿੱਚ ਮੈਜੋਰਟੀ ਫੰਡਿੰਗ ਵੀ ਲੋਕਾਂ ਦੀ ਸੀ। ਤੇ ਮੇਰਾ ਇੱਕ ਨਿੱਜੀ ਸੀਗਾ, ਮੇਰੇ ਕੋਲ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਦੇ ਆਫਰ ਆਏ, ਬੜਿਆਂ ਨੇ ਅਪਰੋਚ ਕੀਤੀ, ਔਰ ਹਲਕੇ ਦੇ ਕਈ ਬੰਦੇ ਇਸ ਗੱਲ ਦੇ ਗਵਾਹ ਵੀ ਆ ਦੂਜੀ ਪਾਰਟੀਆਂ ਦੇ। ਉਹਨਾਂ ਨੂੰ ਮੈਂ ਇਹੀ ਗੱਲ ਕਹੀ ਵੀ ਜੇ ਲੋਕਾਂ ਨੇ ਮੈਨੂੰ ਲੀਡਰ ਬਣਾਇਆ 2 ਲੱਖ ਵੋਟ ਦੇ ਕੇ, ਤਾਂ ਜਿਨ੍ਹਾਂ ਨੇ ਲੀਡਰ ਬਣਾਇਆ ਮੈਂ ਉਹਨਾਂ ਨਾਲ ਹੀ ਰਹਿਣਾ। ਹੋ ਸਕਦਾ ਅਸੀਂ ਕੋਈ ਅੱਗੇ ਇਲੈਕਸ਼ਨ ਜਿੱਤੀਏ ਚਾਹੇ ਨਾ ਜਿੱਤੀਏ, ਪਰ ਜਿਨ੍ਹਾਂ ਲੋਕਾਂ ਨਾਲ ਤੁਰੇ ਆ ਉਹਨਾਂ ਨਾਲ ਹੀ ਅਖੀਰ 'ਚ ਰਹਾਂਗੇ। ਤੇ ਇਹੀ ਮੇਰੀ ਕਮਿਟਮੈਂਟ ਪਹਿਲਾਂ ਸੀ ਤੇ ਇਹੀ ਅੱਗੇ ਰਹਿਣੀ ਹੈ। ਅੱਛਾ, ਇਸ ਵੇਲੇ ਕੁਝ ਸਰਵੇ ਆ ਰਹੇ ਆ, ਉਹ ਸਰਵੇ ਕੀ ਦਿਖਾ ਰਹੇ ਆ ਕਿ ਉਸ ਸਰਵੇ ਦੇ ਵਿੱਚ ਆਮ ਆਦਮੀ ਪਾਰਟੀ ਥੋੜਾ ਜਿਹਾ ਐਜ ਲੈਂਦੀ ਨਜ਼ਰ ਆ ਰਹੀ ਹੈ, ਕਾਂਗਰਸ ਉਹਨੂੰ ਚੇਜ਼ ਕਰਦੀ ਨਜ਼ਰ ਆ ਰਹੀ ਹੈ, ਤੇ ਅਕਾਲੀ ਬਸਪਾ ਗੱਠਜੋੜ ਨੂੰ ਤੀਸਰੇ ਨੰਬਰ ਤੇ ਜਿਹੜਾ ਉਹ ਦਿਖਾਇਆ ਜਾ ਰਿਹਾ। ਹਾਲਾਂਕਿ ਬੜੇ ਪ੍ਰੀ ਮੈਚੁਰ ਜਿਹੜੇ ਉਹ ਸਰਵੇ ਹੈਗੇ, ਆਪਾਂ ਉਹਨਾਂ ਦੇ ਉੱਤੇ ਬਹੁਤਾ ਯਕੀਨ ਨਹੀਂ ਕਰ ਸਕਦੇ। ਪਰ ਬਲਵਿੰਦਰ ਕੁਮਾਰ ਦੇ ਮੁਤਾਬਕ, ਕਿਉਂਕਿ ਪੱਤਰਕਾਰ ਵੀ ਬਲਵਿੰਦਰ ਕੁਮਾਰ ਦੇ ਅੰਦਰ ਬੈਠਾ ਆ, ਇੱਕ ਕੰਮ ਲੰਬਾ ਸਮਾਂ ਕੀਤਾ ਆ, ਸੋ ਉਹ ਪੱਤਰਕਾਰਤਾ ਦੇ ਨਜ਼ਰੀਏ ਦੇ ਨਾਲ, ਲੀਡਰ ਦੇ ਨਜ਼ਰੀਏ ਨਾਲ ਨਹੀਂ, ਪੱਤਰਕਾਰਤਾ ਦੇ ਨਜ਼ਰੀਏ ਦੇ ਨਾਲ ਬਲਵਿੰਦਰ ਕੁਮਾਰ ਨੂੰ ਕੀ ਲੱਗਦਾ ਕਿ ਇਸ ਵਾਰ 2022 ਦੀਆਂ ਚੋਣਾਂ ਦੇ ਵਿੱਚ ਬਸਪਾ ਅਕਾਲੀ ਗੱਠਜੋੜ ਦੀ ਕੀ ਸਥਿਤੀ ਰਹਿਣ ਵਾਲੀ ਆ? ਕਾਂਗਰਸ ਕਿੱਥੇ ਹੋਏਗੀ ਤੇ ਆਮ ਆਦਮੀ ਪਾਰਟੀ ਕਿੱਥੇ ਹੋਏਗੀ? ਦੇਖੋ ਮੈਂ ਤਾਂ ਇਹੀ ਦੇਖਦਾ ਵੀ ਜਿਹੜਾ ਸਰਵੇ ਨੂੰ ਅਸੀਂ ਬਹੁਤਾ ਉਹਨਾਂ ਨੂੰ ਸੱਚ ਨਹੀਂ ਮੰਨਦੇ, ਕਿਉਂਕਿ ਕਿਸੇ ਪਾਰਟੀ ਦੀ ਸਟਰੈਂਥ ਜੇ ਦੇਖੀਏ ਤਾਂ ਉਹ ਕੇਡਰ 'ਤੇ ਜ਼ਿਆਦਾ ਨਿਰਭਰ ਕਰਦੀ। ਆਮ ਆਦਮੀ ਪਾਰਟੀ ਤੁਸੀਂ ਦੇਖੋ ਵੀ ਉਹਨਾਂ ਦਾ ਕੇਡਰ ਨਹੀਂ ਸੀ। ਉਹ ਜਲੰਧਰ ਦੀ ਮੈਂ ਐਗਜ਼ਾਮਪਲ ਦਿੰਦਾ, 2014 ਦੇ ਜਦੋਂ ਲੋਕ ਸਭਾ ਲੜਦੇ ਆ, ਬਿਨਾਂ ਔਰਗਨਾਈਜੇਸ਼ਨ ਤੋਂ 2,34,000 ਵੋਟ ਲੈ ਕੇ ਜਾਂਦੇ। 17 ਦੇ ਵਿੱਚ ਵੀ ਕਰਤਾਰਪੁਰੋਂ ਉਹ 29,000 ਲੈ ਕੇ ਜਾਂਦੇ ਆ, ਆਦਮਪੁਰੋਂ 22,000 ਲੈ ਕੇ ਜਾਂਦੇ ਆ, ਫਲੋਰ ਤੋਂ 39,000 ਲੈ ਕੇ ਜਾਂਦੇ। ਵੀ ਉਦੋਂ ਵੀ 2.5-3 ਲੱਖ ਦੇ ਗੇਟ 'ਚ ਉਹਨਾਂ ਦੀ ਵੋਟ ਬਣਦੀ। ਪਰ ਤੁਸੀਂ ਦੇਖੋ ਜਦੋਂ ਜਿੱਦਾਂ ਹੀ ਉਹਨਾਂ ਦੀ ਵੇਵ ਘਟਦੀ ਆ ਤੇ ਉਹ 19 ਦੇ ਵਿੱਚ 1,900 ਤੇ ਆ ਜਾਂਦੇ ਆ ਪੂਰੇ ਡਿਸਟ੍ਰਿਕਟ ਦੇ ਵਿੱਚੋਂ। ਤੇ ਇਸ ਕਰਕੇ ਉਹਨਾਂ ਦੀ ਜਿਹੜੀ ਮੈਂ 2 ਪੈਰਾਮੀਟਰ ਮੰਨਦਾ ਆ ਵੀ 2 ਪੈਰਾਮੀਟਰ ਆ ਵੀ ਔਰਗਨਾਈਜੇਸ਼ਨ ਪਲੱਸ ਵੇਵ।
ਤੇ ਅਕਾਲੀ ਇਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਆ ਉਹਦੀ ਆਰਗੇਨਾਈਜੇਸ਼ਨ ਕਿਤੇ ਨਹੀਂ ਆ ਤੇ ਉਸ ਤਰ੍ਹਾਂ ਦੀ ਪਹਿਲੇ ਵਰਗੀ ਵੇਵ ਵੀ ਹੈ ਨਹੀਂ। ਤੇ ਜਦੋਂ ਫੁੱਲ ਉਹਨਾਂ ਦੀ ਪੂਰੀ ਵੇਵ ਸੀ, ਜਦੋਂ ਬਾਹਰੋਂ ਲੋਕੀ NRI ਆਏ ਸੀਗੇ ਔਰ ਉਹ ਪਿੰਡ ਕਿਉਂਕਿ ਅਸੀਂ ਤਾਂ ਮੈਂ ਉਹ ਵੀ ਇਲੈਕਸ਼ਨ ਲੜੀ ਆ, ਪਿੰਡ ਬੈਠੇ ਸੀ, ਪਿੰਡ ਪੈਸਾ ਖਰਚ ਕਰ ਰਹੇ ਸੀਗੇ, ਉਦੋਂ ਉਹ 20 ਸੀਟਾਂ ਲੈ ਕੇ ਜਾਂਦੇ ਆ, ਉਦੋਂ ਉਹਨਾਂ ਦੀ ਸਰਕਾਰ ਨਹੀਂ ਬਣਦੀ। ਜਦੋਂ ਹੁਣ ਨਾ ਤਾਂ ਆਰਗੇਨਾਈਜੇਸ਼ਨ ਹੀ ਹੈ ਨਹੀਂ, ਕਿਉਂਕਿ ਜਿਨ੍ਹਾਂ ਨੇ ਉਦੋਂ ਵੋਟ ਪਾਤੀ ਉਹਨਾਂ ਨੂੰ ਉਹਨਾਂ ਦੇ ਕੇਡਰ ਨੇ ਦੁਬਾਰਾ ਜਿਹੜਾ ਸੰਗਠਨ ਦੇ ਲੀਡਰ ਸੀ ਉਹਨੂੰ ਪੁੱਛਿਆ ਨਹੀਂ ਤੇ ਇਸ ਕਰਕੇ 19 ਚੋਂ ਛੱਡ ਗਏ। ਤੇ ਜਦੋਂ ਉਦੋਂ ਨਹੀਂ ਉਹਨਾਂ ਦੀ ਸਰਕਾਰ ਬਣੀ ਜਾਂ ਬਹੁਤ ਜ਼ਿਆਦਾ ਗਿਣਤੀ ਨਹੀਂ ਵਧੀ ਔਰ ਉਦੋਂ ਵੀ ਆਮ ਜਿਹੜੀ ਅਕਾਲੀ ਦਲ ਦੇ ਹਾਲਾਂਕਿ ਇੰਨਾ ਖਿਲਾਫ ਮਾਹੌਲ ਸੀ ਫਿਰ ਵੀ ਉਹ ਥੋੜੀਆਂ ਵੋਟਾਂ ਨਾਲ ਹਰੇ ਹੈਗੇ ਆ। ਤੇ ਇਸ ਕਰਕੇ ਹੁਣ ਪਲੱਸ ਅਲਾਇੰਸ ਆ ਤੇ ਅਸੀਂ ਇਹ ਦੇਖਦੇ ਵੀ ਜਿਹੜੇ ਸਰਵੇ ਆ ਇਹ ਪਤਾ ਨਹੀਂ ਕਿਸ ਤਰ੍ਹਾਂ ਕਰ ਰਹੇ ਆ ਕਿ ਉਹਨਾਂ ਦਾ ਜਿਹੜਾ ਉਹ ਕਿੰਨੇ ਕੁ ਲੋਕਾਂ ਦਾ ਉਹਨਾਂ ਦਾ ਉਹ ਹੈਗਾ ਡਾਟਾ, ਤੇ ਸਾਨੂੰ ਲੱਗਦਾ ਜ਼ਿਆਦਾ ਵੀ ਇੱਕ ਏਜੰਡੇ ਦੇ ਤਹਿਤ ਕੀਤੇ ਜਾਂਦੇ ਆ ਵੀ ਸ਼ਾਇਦ। ਮੈਂ ਤਾਂ ਸਥਿਤੀ ਜਾਣਨੀ ਚਾਹੁੰਦਾ ਤੁਹਾਡੇ ਕੋਲੋਂ ਕਿ ਅਕਾਲੀ ਬਸਪਾ ਦੀ ਸਥਿਤੀ ਕੀ ਹੋਏਗੀ, ਕਾਂਗਰਸ ਦੀ ਸਥਿਤੀ ਕੀ ਹੋਏਗੀ। ਤੇ ਉਹ ਤੁਸੀਂ ਉਹ ਨੇਤਾ ਵਾਲਾ ਜਿਹੜਾ ਉਹ ਮੈਨੂੰ ਗੱਲ ਕਰ ਦਿੱਤੀ, ਮੈਂ ਇੱਕ ਪੱਤਰਕਾਰ ਦੇ ਨਜ਼ਰੀਏ ਤੇ ਤੁਹਾਡਾ ਸਰਵੇ ਕੀ ਕਹਿੰਦਾ ਮੈਂ ਉਹ ਜਾਣਨਾ ਚਾਹੁੰਦਾ। ਦੇਖੋ ਉਹਦਾ ਇਹੀ ਆ ਵੀ ਜਿਹੜੀ ਆਰਗੇਨਾਈਜੇਸ਼ਨ ਆ ਉਹ ਕਿਸੇ ਵੀ, ਤੁਸੀਂ ਵੀ ਪੱਤਰਕਾਰ ਆ, ਜੇ ਆਰਗੇਨਾਈਜੇਸ਼ਨ ਦੇ ਨਜ਼ਰੇ ਦੇਖੀਏ ਤੇ ਅਕਾਲੀ BSP ਤੋਂ ਮਜ਼ਬੂਤ ਨਾ ਤਾਂ ਕਾਂਗਰਸ ਆ, ਨਾ ਆਮ ਆਦਮੀ ਪਾਰਟੀ ਆ, ਤੇ ਨਾ ਕੈਪਟਨ ਦਾ ਚਲੋ ਅਜੇ ਲਾਂਚ ਹੀ ਕਰ ਰਹੇ ਆ, ਤੇ ਨਾ BJP ਆ। ਤੇ ਆਰਗੇਨਾਈਜੇਸ਼ਨ ਦੇ ਨਜ਼ਰੀਏ ਤੋਂ ਜਿਹੜੀ ਗਠਬੰਧਨ ਮਜ਼ਬੂਤ ਆ। ਤੇ ਬਾਕੀ ਤਾਂ ਸਾਨੂੰ ਇਦਾਂ ਲੱਗਦਾ ਵੀ ਜਿਸ ਤਰ੍ਹਾਂ ਉਹ ਇੱਕ ਪ੍ਰੋਜੈਕਟਡ ਜਿਹੜੇ ਆ ਸਰਵੇ ਕੀਤੇ ਜਾ ਰਹੇ ਆ ਇੱਕ ਪਾਰਟੀ ਨੂੰ ਐਜ ਦੇਣ ਦੇ ਲਈ, ਪ੍ਰੋਜੈਕਟਡ ਸਰਵੇ ਕੀਤੇ ਜਾ ਰਹੇ ਔਰ ਵੈਸੇ ਵੀ ਹਰ ਪਾਰਟੀ ਦਾ ਇਹੀ ਦਾਅਵਾ ਹੁੰਦਾ ਕਿ ਸੱਤਾ 'ਚ ਅਸੀਂ ਆਉਣਾ। ਇਹ ਤੈਅ ਲੋਕਾਂ ਨੇ ਕਰਨਾ ਆ ਕਿ ਕਿਹਨੂੰ ਸੱਤਾ ਦੀ ਕੁੰਜੀ ਸੌਂਪਣੀ ਆ ਤੇ ਕਿਹਨੂੰ ਸੱਤਾ ਤੋਂ ਬਾਹਰ ਦਾ ਰਾਹ ਜਿਹੜਾ ਉਹ ਦਿਖਾਉਣਾ ਆ। ਬਲਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ, ਵਿਸਥਾਰਤ ਗੱਲਬਾਤ ਕਰਨ ਲਈ ਤੁਸੀਂ ਸਮਾਂ ਸਾਨੂੰ ਦਿੱਤਾ ਔਰ ਉਮੀਦ ਰੱਖਦੇ ਹਾਂ ਕਿ ਜਿਹੜੀਆਂ ਉਮੀਦਾਂ ਤੁਸੀਂ ਲੋਕਾਂ ਤੋਂ ਰੱਖਦੇ ਹੋ ਉਹ ਤੁਹਾਡੀਆਂ ਪੂਰੀਆਂ ਹੋਣ ਤੇ ਜਿਹੜੀਆਂ ਲੋਕ ਤੁਹਾਡੇ ਤੋਂ ਉਮੀਦਾਂ ਰੱਖਦੇ ਆ ਉਹ ਉਹਨਾਂ ਦੀਆਂ ਪੂਰੀਆਂ ਹੋਣ। ਬਾਕੀ ਤੈਅ ਲੋਕਾਂ ਨੇ ਕਰਨਾ ਕਿ 2022 ਦੇ ਵਿੱਚ ਕਰਤਾਰਪੁਰ ਹਲਕੇ ਦੇ ਵਿੱਚ ਫੈਸਲਾ ਕੀ ਲੈਣਾ। ਹਾਂਜੀ ਠੀਕ ਹੈ ਜੀ, ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਬਲਵਿੰਦਰ ਕੁਮਾਰ, ਬਹੁਜਨ ਸਮਾਜ ਪਾਰਟੀ ਦੇ ਕਰਤਾਰਪੁਰ ਤੋਂ ਉਮੀਦਵਾਰ ਨੇ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ। ਇਹ ਹੁਣ ਚੋਣ ਅਖਾੜਾ ਭਖ ਚੁੱਕਾ ਆ। ਇਸ ਚੋਣ ਅਖਾੜੇ ਦੇ ਵਿੱਚ ਹਰ ਪਾਰਟੀ ਹਰ ਉਮੀਦਵਾਰ ਆਪਣਾ ਦਮਖਮ ਦਿਖਾਉਂਦਾ ਨਜ਼ਰ ਆਏਗਾ, ਪਰ ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਥੋੜਾ ਜਿਹਾ ਵੱਖਰਾ ਐਜ ਜਿਹੜਾ ਨਜ਼ਰ ਆਏਗਾ ਉਹ ਇਹ ਨਜ਼ਰ ਆਏਗਾ ਕਿ ਕਿਸਾਨ ਅੰਦੋਲਨ ਦਾ ਕਰਕੇ ਪੰਜਾਬ ਦੇ ਲੋਕ ਸਿਆਸੀ ਤੌਰ ਤੇ ਥੋੜਾ ਜਿਹਾ ਆਪਣੇ ਕਿਵਾੜ ਦਰਵਾਜ਼ੇ ਦਿਮਾਗ ਦੇ ਖੋਲਦੇ ਵੀ ਨਜ਼ਰ ਆ ਰਹੇ ਨੇ। ਇਸ ਵਾਰ ਉਮੀਦ ਰੱਖੀ ਜਾ ਰਹੀ ਹੈ ਕਿ ਉਹ ਵਾਧੂ ਦੇ ਲਾਰੇ ਤੇ ਨਾਰੇ ਇਹਨਾਂ ਤੋਂ ਲੋਕ ਬਚ ਬਚਾ ਕਰਕੇ ਹੀ ਵੋਟ ਪੋਲ ਕਰਨਗੇ। ਤੇ ਜੇ ਇੰਜ ਹੁੰਦਾ ਆ ਫਿਰ ਇਸ ਵਾਰ ਦਾ ਨਤੀਜਾ ਕੀ ਕਹਿੰਦਾ ਆ, ਤੇ ਜੇ ਕੋਈ ਏਜੰਡਾ ਚੱਲਦਾ ਫਿਰ ਨਤੀਜਾ ਕੀ ਕਹਿੰਦਾ ਆ, ਤੇ ਉਸ ਨਤੀਜੇ ਤੋਂ ਬਾਅਦ ਜਿਹੜੀ ਵੀ ਪਾਰਟੀ ਜਿਹੜੀ ਵੀ ਧਿਰ ਸੱਤਾ ਚਾਹੁੰਦੀ ਹੈ ਉਹ ਪੰਜਾਬ ਦਾ ਭਵਿੱਖ ਕਿਹੜੇ ਪਾਸੇ ਨੂੰ ਲੈ ਕੇ ਜਾਂਦੀ ਹੈ, ਬਸ ਹੁਣ ਇਸੇ ਦਾ ਇੰਤਜ਼ਾਰ ਇਸ ਸਮੇਂ ਕੀਤਾ ਜਾ ਰਿਹਾ। ਫਿਲਹਾਲ ਇਸੇ ਦੇ ਨਾਲ ਆਪਣੇ ਜਸਵੀਰ ਤੇ ਮੇਰੇ ਸਹਿਯੋਗੀ ਅਭੀ ਨੂੰ ਦਿਓ ਇਜਾਜ਼ਤ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।